ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ। ਸਾਡੀ ਖਾਸ ਪੇਸ਼ਕਸ਼ ਅਨਫਿਲਟਰਡ ਵਿਦ ਪ੍ਰਭਾਨੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਅਕਸਰ ਇਸ ਪੋਡਕਾਸਟ ਦੇ ਦੌਰਾਨ ਅਸੀਂ ਜ਼ਿੰਦਗੀ ਦੀ ਗੱਲਾਂ ਕਰਦੇ ਹਾਂ, ਅਸੀਂ ਤਜਰਬਿਆਂ ਦੀ ਗੱਲਾਂ ਕਰਦੇ ਹਾਂ, ਐਗਜ਼ਾਮਪਲਸ ਰਹਿੰਦੇ ਹਾਂ, ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਔਰ ਕਈ ਵਾਰ ਸਾਨੂੰ ਦੂਜਿਆਂ ਦੀ ਜ਼ਿੰਦਗੀ 'ਚ ਝਾਤ ਮਾਰ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਪਰ ਅੱਜ ਦਾ ਪੋਡਕਾਸਟ ਥੋੜ੍ਹਾ ਜਿਹਾ ਵੱਖਰਾ ਹੋਵੇਗਾ ਕਿਉਂਕਿ ਇਨਸਾਨੀ ਜਾਮਾ ਹੈ ਔਰ ਇਨਸਾਨੀ ਜਾਮਾ ਜਦ ਤੱਕ ਸਾਹ ਰਹਿੰਦੇ ਨੇ, ਜਦ ਤੱਕ ਜਿਉਂਦਾ ਰਹਿੰਦਾ ਹੈ, ਇੱਕੋ ਚੀਜ਼ ਪਿੱਛੇ ਭੱਜਦਾ ਹੈ, ਮਾਇਆ, ਪੈਸਾ। ਔਰ ਪੈਸਾ ਪੈਸਾ ਕਰਦੇ ਕਰਦੇ ਅਸੀਂ ਕਈ ਵਾਰ ਆਪਣੇ ਬਹੁਤ ਕਰੀਬੀ ਰਿਸ਼ਤੇ ਗਵਾ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਗਵਾ ਲੈਂਦੇ ਹਾਂ। ਆਪਣੇ ਆਪ ਨੂੰ ਗਵਾਉਣ ਦਾ ਮਤਲਬ ਹੁੰਦਾ ਹੈ ਕਿ ਆਪਣੀ ਸਿਹਤ ਗਵਾ ਲੈਂਦੇ ਹਾਂ। ਔਰ ਅਕਸਰ ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ ਦੇ ਵਿੱਚ ਅਜਿਹਾ ਹੋ ਰਿਹਾ ਜਦਕਿ ਹੈਲਥ ਇਜ਼ ਵੈਲਥ। ਅਸੀਂ ਲੇਕਿਨ ਇਹ ਭੁੱਲ ਜਾਂਦੇ ਹਾਂ। ਤਾਂ ਬਚਪਨ ਤੋਂ ਸਕੂਲ ਤੋਂ ਸਿੱਖਦੇ ਹਾਂ ਪਰ ਭੁੱਲ ਜਾਂਦੇ ਹਾਂ, ਅਣਗੌਲੇ ਕਰ ਜਾਂਦੇ ਹਾਂ। ਪਰ ਹੈਲਥ ਇਜ਼ ਇੰਪੋਰਟੈਂਟ। ਕਹਿੰਦੇ ਹੈ ਕਿ ਜਾਨ ਹੈ ਤਾਂ ਜਹਾਨ ਹੈ। ਸੋ ਸਿਹਤ ਰਹੇਗੀ ਤਾਂ ਸਭ ਕੁਝ ਠੀਕ ਰਹੇਗਾ। ਜੇਕਰ ਜ਼ਿਕਰ ਖਾਸ ਕਰਕੇ ਔਰਤਾਂ ਦਾ ਕੀਤਾ ਜਾਵੇ, ਔਰ ਮੈਂ ਸਿਰਫ ਔਰਤਾਂ ਦਾ ਜ਼ਿਕਰ ਇਸ ਕਰਕੇ ਨਹੀਂ ਕਰ ਰਹੀ ਕਿ ਔਰਤਾਂ ਹੀ ਇੰਪੋਰਟੈਂਟ ਨੇ, ਮਰਦ ਉਨੇ ਹੀ ਇਕੁਅਲ ਇੰਪੋਰਟੈਂਟ ਨੇ। ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜਿਨ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ, ਸੰਸਾਰ ਚੱਲਦਾ ਹੈ। ਫਿਰ ਭਾਵੇਂ ਗ੍ਰਸਤੀ ਹੋਵੇ ਜਾਂ ਦੁਨੀਆ ਹੋਵੇ, ਕੋਈ ਵੀ ਫੀਲਡ ਹੋਵੇ, ਦੋਹਾਂ ਦਾ ਲੈਵਲ ਇਕੁਅਲ ਬੈਲੈਂਸਡ ਹੋਣਾ ਓਨਾ ਹੀ ਜ਼ਰੂਰੀ ਹੈ। ਔਰ ਇਸੇ ਕਰਕੇ ਦੋਹਾਂ ਦੀ ਸਿਹਤ ਠੀਕ ਹੋਣਾ ਵੀ ਜ਼ਰੂਰੀ ਹੈ। ਪਰ ਔਰਤਾਂ ਦਾ ਇਸ ਕਰਕੇ ਕਿਉਂਕਿ ਅੱਜ ਕੱਲ੍ਹ ਅਸੀਂ ਇਨਫਰਟੀਲਿਟੀ ਦੇ ਰੇਟ ਸਭ ਤੋਂ ਜ਼ਿਆਦਾ ਵੇਖ ਰਹੇ ਹਾਂ। ਉਹਨਾਂ ਦੇ ਕਾਰਨ ਕੀ ਨੇ, ਉਹਨਾਂ ਦੇ ਪਿੱਛੇ ਕੀ ਕੁਝ ਹੈ, ਕੀ ਕੁਝ ਬਦਲ ਗਿਆ ਸਮੇਂ ਬਾਏ ਸਮੇਂ। ਸੋ ਉਨ ਚੀਜ਼ਾਂ ਵੱਲ ਜ਼ਿਕਰ ਕਰਾਂਗੇ। ਇਨ ਸ਼ਾਰਟ ਜੇ ਕਿਹਾ ਜਾਵੇ, ਅੱਜ ਅਸੀਂ ਜ਼ਿਕਰ ਕਰਾਂਗੇ ਤੁਹਾਡੀ, ਅੱਜ ਅਸੀਂ ਜ਼ਿਕਰ ਕਰਾਂਗੇ ਆਪਣੇ ਬਾਰੇ, ਅੱਜ ਅਸੀਂ ਜ਼ਿਕਰ ਕਰਾਂਗੇ ਸਿਹਤ ਬਾਰੇ। ਸੋ ਅੱਜ ਸਾਡੇ ਨਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਜੁੜੇ ਰਹਿਣਗੇ ਜਿਨ੍ਹਾਂ ਤੋਂ ਉਹਨਾਂ ਦੇ ਤਜਰਬਿਆਂ ਦੇ ਰਾਹੀਂ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਜਿਹਾ ਕੁਝ ਜੋ ਤੁਹਾਨੂੰ ਸੇਧ ਦੇ ਸਕੇ, ਜੋ ਤੁਹਾਡੀ ਸਿਹਤ ਦੇ ਲਈ ਲਾਭਕਾਰੀ ਹੋ ਸਕੇ। ਸੋ ਸਾਡੇ ਨਾਲ ਨੇ ਅੱਜ ਡਾਕਟਰ ਸੁਮਨ ਜਗੋਤਾ ਜੀ। ਮੈਮ ਬਹੁਤ ਬਹੁਤ ਸਵਾਗਤ ਸਾਂਝਾ ਟੀਵੀ ਦਾ। ਸਤਿ ਸ਼੍ਰੀ ਅਕਾਲ। थैंक यू जी, थैंक यू पहल, बहुत ਸੋ बहुत धन्यवाद आपका। ਡਾਕਟਰ ਸਾਹਿਬ, ਜੇਕਰ ਅਸੀਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਹੈ ਨਾ, ਜਾਨ ਹੈ ਤਾਂ ਜਹਾਨ ਹੈ, जहान ਹੈਲਥ ਇਜ਼ ਵੈਲਥ। ਅਸੀਂ ਬਚਪਨ ਤੋਂ ਸਿੱਖਦੇ ਹਾਂ ਪਰ ਅੱਜ ਅਸੀਂ ਭੁੱਲ ਗਏ। ਫਿਰ ਭਾਵੇਂ ਉਹ ਯੰਗਸਟਰਸ ਹੋਣ, ਟੀਨੇਜਰਸ ਹੋਣ, ਫਿਰ ਭਾਵੇਂ ਪੜ੍ਹਾਈਆਂ ਦਾ ਪ੍ਰੈਸ਼ਰ ਹੋਵੇ, ਜੌਬਸ ਦਾ ਪ੍ਰੈਸ਼ਰ ਹੋਵੇ, ਜਾਂ ਮਿਡ ਏਜ ਹੋਣ, ਆਫਟਰ 30 ਹੋ, ਆਫਟਰ 40 ਹੋ। ਵਾਈ ਦਿਸ? ਮਤਲਬ ਚੀਜ਼ਾਂ ਇੱਕਦਮ ਡਰਾਸਟਿਕ ਚੇਂਜ ਆਇਆ ਲਾਈਫ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ। ਉਹ ਕਿਉਂ? ਉਹਦਾ ਇੱਕ ਬਹੁਤ ਬੜਾ ਰੀਜ਼ਨ ਹੈ ਜੋ ਦੁਨੀਆ ਵਿੱਚ ਹੁਣ ਇਸ ਟਾਈਮ ਜੋ ਟਾਈਮ ਦਾ ਫਲੋ ਚੱਲ ਰਿਹਾ ਹੈ ਰਾਈਟ। ਬਹੁਤ ਫਾਸਟ। ਹਾਂਜੀ। ਪੈਸਾ, ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਪੈਸਾ ਕਮਾਉਣਾ ਹੈ, ਬਹੁਤ ਜ਼ਿਆਦਾ, ਇੰਨਾ ਜ਼ਿਆਦਾ ਫਾਸਟ ਹੋ ਗਿਆ ਕਿ ਅਸੀਂ ਭੁੱਲ ਗਏ ਹਾਂ ਆਪਣੇ ਸੰਸਕਾਰ, ਆਪਣੀ ਹੈਲਥ, ਆਪਣਾ ਲਾਈਫ ਸਟਾਈਲ ਇੰਨਾ ਜ਼ਿਆਦਾ ਚੇਂਜ ਹੋ ਗਿਆ। ਖਾਣਾ ਪੀਣ ਦਾ ਟਾਈਮ ਨਹੀਂ ਮਿਲ ਰਿਹਾ। वर्किंग हस्बैंड वाइफ दोनों वर्किंग हो गए हैं। इवन अगर लड़कियां अनमैरिड है वो भी नैचुरली वर्किंग है। सब ਨੂੰ ਲੱਗਦਾ ਹੈ ਕਿ ਅਸੀਂ ਸਟੱਡੀ ਕੀਤੀ ਹੈ ਤਾਂ ਅਸੀਂ ਕੁਝ ਕੰਮ ਕਰੀਏ। ਦੇਖੋ ਇਹ ਅੱਛੀ ਗੱਲ ਹੈ, ਇਹਦੇ ਵਿੱਚ ਕੋਈ ਗਲਤ ਨਹੀਂ ਹੈ, ਲੇਕਿਨ ਉਹਦੇ ਨਾਲ ਨਾਲ ਇੰਨਾ ਜ਼ਿਆਦਾ ਵਰਕਲੋਡ ਹੋ ਗਿਆ ਹੈ ਕਿ ਅਸੀਂ ਆਪਣੀ ਹੈਲਥ ਨੂੰ ਪਿੱਛੇ ਛੋੜਦੇ ਜਾ ਰਹੇ ਹਾਂ। ਹੈਲਥ ਪਿੱਛੇ ਹੋਏਗੀ ਤਾਂ ਸਾਡੀਆਂ ਜੋ ਅੱਗੇ ਆਉਣ ਵਾਲੀ ਲਾਈਫ ਹੈ, ਮੈਰਿਡ ਲਾਈਫ ਹੈ, ਅੱਗੇ ਬੱਚੇ ਹੈ, ਜਾਂ ਸਾਡੀ ਆਪਣੀ ਪਰਸਨਲ ਲਾਈਫ ਹੈ, ਉਹਦੇ ਵਿੱਚ ਇੰਨਾ ਜ਼ਿਆਦਾ ਇੰਪੈਕਟ ਪੈ ਰਿਹਾ ਹੈ ਕਿ ਸਾਨੂੰ ਇਹ ਨਹੀਂ ਪਤਾ ਅਸੀਂ ਕੀ ਖਾ ਰਹੇ ਹਾਂ, ਕਿਸ ਟਾਈਮ ਖਾ ਰਹੇ ਹਾਂ, ਕਿਸ ਟਾਈਮ ਸੋ ਰਹੇ ਹਾਂ, ਕਿਸ ਟਾਈਮ ਜਾਗ ਰਹੇ ਹਾਂ, ਅਸੀਂ ਕੀ ਕਰਨਾ ਹੈ। ਉਹਦਾ ਮੈਂਟਲੀ ਇੰਨਾ ਜ਼ਿਆਦਾ ਪ੍ਰੈਸ਼ਰ ਸਾਡੇ ਉੱਪਰ ਆ ਜਾਂਦਾ ਹੈ, ਜੋਬ ਦਾ, ਕੰਮ ਦਾ, ਲੋਡ ਦਾ, ਦੌੜ ਕੇ ਜਾਣਾ। ਜਿਸ ਤਰ੍ਹਾਂ ਹੁਣੇ ਤੁਸੀਂ ਇੱਕ ਬਹੁਤ ਅੱਛੀ ਗੱਲ ਬੋਲੀ ਕਿ ਫੀਮੇਲਸ ਦੇਖੋ, ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਫੀਮੇਲਸ ਘਰ ਰਹਿੰਦੀਆਂ ਸੀ, ਜੈਂਟਸ ਕਮਾਉਂਦੇ ਸੀ। ਹੁਣ ਮੇਲ ਫੀਮੇਲਸ ਦੋਨੋਂ ਕਮਾਉਂਦੇ ਹੈ। ਉਹਦੇ ਨਾਲ ਕੀ ਘਰ ਦਾ ਪ੍ਰੈਸ਼ਰ ਤਾਂ ਸੇਮ ਹੈ, ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ, ਉਲਟਾ ਜ਼ਿਆਦਾ ਹੋ ਗਿਆ, ਫਾਰਮੈਲਿਟੀਜ਼ ਜ਼ਿਆਦਾ ਹੋ ਗਈਆਂ। ਅੱਗੇ ਅਸੀਂ ਕੀ ਕਰਦੇ ਸੀ, ਸਿੰਪਲ ਇੱਕ ਪਲੇਟ ਚੱਕਣੀ, ਥਾਲੀ ਚੱਕਣੀ, ਸਭ ਕੁਝ ਉਹਦੇ ਵਿੱਚ ਪਾਇਆ, ਆਰਾਮ ਨਾਲ ਬੈਠੇ, ਨੀਚੇ ਬੈਠ ਕੇ ਖਾਇਆ, ਜਾਂ ਅਸੀਂ ਮਤਲਬ ਇਨਟੇਕ ਲੈ ਲਿੱਤਾ। ਹੁਣ ਕੀ ਹੈ, ਆ ਵੀ ਅੱਛੀ ਕਰੋਕਰੀ ਹੋਣੀ ਚਾਹੀਦੀ ਹੈ, ਆ ਵੀ ਟਾਈਮ ਦੇਖਦੇ ਨਹੀਂ ਅਸੀਂ। 10 ਵਜੇ 11 ਵਜੇ ਮੀਟਿੰਗਸ ਚੱਲ ਰਹੀਆਂ, ਪਾਰਟੀਜ਼ ਚੱਲ ਰਹੀਆਂ, 11, 11:30, 12 ਵਜੇ ਡਿਨਰ ਹੋ ਰਿਹਾ। ਸੋ ਇਹ ਲਾਈਫ ਸਟਾਈਲ ਜੋ ਚੇਂਜ ਹੋਇਆ, ਤਾਂ ਤੁਹਾਡਾ ਕੁਐਸਚਨ ਸੀਗਾ ਕਿ ਕੀ ਵਜ੍ਹਾ ਹੈ, ਵਜ੍ਹਾ ਇਹੀ ਹੈ, ਦੌੜ, ਭੱਜ ਨੱਠ। ਉਹਦਾ ਸਾਡੇ ਤੇ ਇੰਨਾ ਇੰਪੈਕਟ ਪਾ ਰਿਹਾ ਹੈ ਕਿ ਸਾਡੇ ਹਾਰਮੋਨਸ ਚੇਂਜ ਹੋ ਰਹੇ ਹੈ, ਫੀਮੇਲਸ ਦੇ ਵੀ, ਮੇਲਸ ਦੇ ਵੀ ਹਾਰਮੋਨਸ ਚੇਂਜ, ਸਟ੍ਰੈਸ ਆ ਰਹੇ ਹੈ, ਸਟ੍ਰੈਸ ਨਾਲ
ਸਾਡੀ ਇੰਨੀ ਜ਼ਿਆਦਾ ਚੇਂਜਸ ਬੋਡੀ ਵਿੱਚ ਆ ਜਾਂਦੀਆਂ ਕਿ ਅੱਜ ਕੱਲ੍ਹ ਜੋ ਮੈਂ ਦੇਖਦੀ ਹਾਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਮੈਕਸਿਮਮ ਇਨਫਰਟੀਲਿਟੀ। ਉਹਦੇ ਵਿੱਚ ਪਹਿਲਾਂ ਜੋ ਅੱਜ ਤੋਂ 15 ਸਾਲ ਪਹਿਲਾਂ ਅਸੀਂ ਫੀਮੇਲਸ ਵਿੱਚ ਇਨਫਰਟੀਲਿਟੀ ਜ਼ਿਆਦਾ ਦੇਖਦੇ ਸੀਗੇ, ਹੁਣ ਮੇਲਸ ਵਿੱਚ ਵੀ ਹੋ ਗਿਆ। ਕਿਉਂ? ਪ੍ਰੈਸ਼ਰ, ਪੈਸਾ ਕਮਾਉਣ ਦਾ ਪ੍ਰੈਸ਼ਰ, ਆਪਣੇ ਆਫਿਸ ਦਾ ਪ੍ਰੈਸ਼ਰ, ਦੌੜ ਕੇ ਜਾਣਾ। ਸਾਡੇ ਕੋਲ ਦੇਖੋ ਪਹਿਲਾਂ ਕੋਈ ਕਾਰਾਂ ਨਹੀਂ ਹੁੰਦੀਆਂ ਸੀ, ਲੋਕਾਂ ਨੇ ਪੈਦਲ ਜਾਣਾ ਜਾਂ ਸਾਈਕਲਿੰਗ ਕਰਨੀ। ਦੌੜ ਤਾਂ ਸੀ ਉਹਨਾਂ ਨੂੰ, ਚਲੋ ਸਾਡੇ ਪੇਰੈਂਟਸ ਸੀ, ਵਰਕਿੰਗ ਸੀ, ਉਹ ਵੀ ਜਾਂਦੇ ਸੀ, ਫਿਜ਼ੀਕਲ ਐਕਟੀਵਿਟੀ ਸੀ, ਉਹਨਾਂ ਕੋਲ ਟਾਈਮ ਸੀ ਸੈਰ ਕਰਨ ਦਾ, ਉਹਨਾਂ ਕੋਲ ਐਕਸਰਸਾਈਜ਼ ਕਰਨ ਦਾ ਟਾਈਮ ਸੀ, ਖਾਣ ਦਾ ਟਾਈਮ ਸੀ। ਪਰ ਹੁਣ ਨਾ ਵਾਕ ਦਾ ਟਾਈਮ ਹੈ, ਨਾ ਐਕਸਰਸਾਈਜ਼ ਦਾ ਟਾਈਮ ਹੈ, ਨਾ ਖਾਣ ਦਾ ਟਾਈਮ ਹੈ। ਤਾਂ ਨੈਚੁਰਲੀ ਹਾਰਮੋਨਸ ਦਾ ਇੰਨਾ ਜ਼ਿਆਦਾ ਚੇਂਜਸ ਆ ਗਿਆ ਕਿ ਇਹ ਪ੍ਰੋਬਲਮ ਬਹੁਤ ਵੱਧ ਗਈ ਹੈ। ਜਿਵੇਂ ਅਸੀਂ ਪਹਿਲਾਂ ਦੇ ਜ਼ਮਾਨੇ ਦਾ ਜ਼ਿਕਰ ਕਰ ਰਹੇ ਹਾਂ ਨਾ, ਤੁਸੀਂ ਕਿਹਾ ਕਿ ਸਾਡੇ ਕੋਲ ਫਿਜ਼ੀਕਲ ਐਕਟੀਵਿਟੀ ਸੀ। ਇੱਕ ਹੋਰ ਬਹੁਤ ਸੋਹਣੀਆਂ ਚੀਜ਼ਾਂ ਹੁੰਦੀਆਂ ਸੀ, ਕਹਿੰਦੇ ਕਿ ਬਹੁਤ ਮਤਲਬ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੀ ਜਾਂ ਚੀਜ਼ਾਂ ਸੀ, ਉਹਦੇ ਨਾਲ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੋਰਿਲੇਟ ਹੁੰਦੀਆਂ ਸੀਗੀਆਂ। ਹੁਣ ਘਰਦਿਆਂ ਨੇ ਸ਼ਾਮੀ ਬਹਿ ਕੇ ਜਦ ਇਕੱਠੇ ਖਾਣਾ ਖਾਣਾ, ਜਿਵੇਂ ਤੁਸੀਂ ਕਿਹਾ ਕਿ ਭੁੰਜੇ ਬਹਿ ਕੇ ਰੋਟੀ ਖਾਣੀ ਹੈ ਨਾ, ਤੇ ਜਦੋਂ ਭੁੰਜੇ ਬਹਿ ਕੇ ਰੋਟੀ ਖਾਂਦੇ ਸੀ ਉਹਦਾ ਅਸਰ ਅੱਜ ਵੀ ਕਹਿੰਦੇ ਕਿ ਜਦ ਤੁਸੀਂ ਥੱਲੇ ਬਹਿ ਕੇ ਖਾਓਗੇ, ਸਟੀਲ ਦੀ ਥਾਲੀ 'ਚ ਖਾਓਗੇ ਤੇ ਉਹ ਤੁਹਾਡੀ ਬੋਡੀ ਤੇ ਅਸਰ ਕਰੇਗਾ। ਅਸੀਂ ਕਹਿੰਦੇ ਕਿ ਕਾਸਟ ਆਇਰਨ ਦੀ ਭਾਂਡਿਆਂ ਦੇ ਵਿੱਚ ਸਬਜ਼ੀਆਂ ਬਣਦੀਆਂ ਸੀ, ਸਰਬ ਲੋ ਹੈ ਨਾ, ਹੁਣ ਵੀ ਕਿਹਾ ਜਾਂਦਾ। ਸੋ ਉਹ ਚੀਜ਼ਾਂ ਬਦਲ ਗਈਆਂ, ਹੁਣ ਆਪਾਂ ਨੌਨ ਸਟਿਕ ਤੇ ਆ ਗਏ, ਅਸੀਂ ਗਲਾਸਵੇਅਰਸ ਤੇ ਆ ਗਏ, ਕਿਉਂਕਿ ਸ਼ੋਸ਼ਾ ਵੱਧ ਗਿਆ ਨਾ ਬਹੁਤ ਜ਼ਿਆਦਾ ਕਿ ਸਟਾਈਲ ਵਾਲੀ ਕਿਚਨ ਚਾਹੀਦੀ ਆ, ਉਹਦੇ ਵਿੱਚ ਭਾਂਡੇ ਵੀ ਤਰੀਕੇ ਦੇ ਚਾਹੀਦੇ। ਸੋ ਇਨ ਚੀਜ਼ਾਂ ਨੇ ਹੈਲਥ ਨੂੰ ਕਿੰਨਾ ਇੰਪੈਕਟ ਕੀਤਾ, ਕਿੰਨੀ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ? ਬਹੁਤ ਜ਼ਿਆਦਾ। ਦੇਖੋ ਤਦੀ ਮੈंने ਇਹ ਵਰਡ ਚੂਜ਼ ਕੀਤਾ ਨੀਚੇ ਬੈਠਣ ਵਾਲਾ, ਕਿ ਆਪਾਂ ਜਦ ਨੀਚੇ ਬੈਠਦੇ ਹਾਂ ਇਹਦਾ ਕਿ ਸਾਇੰਟੀਫਿਕ ਰੀਜ਼ਨ ਹੈ ਕਿ ਸਾਡੀ ਬੋਡੀ, ਸਾਡਾ ਜੋ ਡਾਈਜੈਸ਼ਨ ਹੈ, ਨੀਚੇ ਬੈਠ ਕੇ ਚੌਂਕੜੀ ਮਾਰ ਕੇ ਆਪਾਂ ਬੈਠਦੇ ਹਾਂ, ਅਗਰ ਆਪਾਂ ਨਾਰਮਲ ਭਾਸ਼ਾ 'ਚ ਬੋਲਦੇ ਹਾਂ, ਉਹਦਾ ਸਾਡਾ ਡਾਈਜੈਸਟਿਵ ਸਿਸਟਮ ਅੱਛਾ ਹੁੰਦਾ ਹੈ। ਜਿਹੜੀ ਸਾਡੀ ਫਾਇਰ ਹੈ ਜਾਂ ਅਗਨੀ ਹੈ, ਸਾਡੇ ਆਪਣੇ ਆਯੁਰਵੈਦਾ ਵਿੱਚ ਉਸਨੂੰ ਅਗਨੀ ਬੋਲਿਆ ਜਾਂਦਾ, ਉਹ ਬਹੁਤ ਅੱਛੀ ਹੋ ਜਾਂਦੀ ਹੈ। ਅਗਰ ਆਪਾਂ ਟੇਬਲ ਤੇ ਬੈਠ ਕੇ ਸਾਡੇ ਜਿਹੜਾ ਇੰਟਰਨਲ ਬੋਡੀ ਦੇ ਆਰਗਨਸ ਹੈ ਉਹਨਾਂ ਦੀ ਪੋਜੀਸ਼ਨ ਹੈ ਉਹ ਠੀਕ ਨਹੀਂ ਹੁੰਦੀ, ਸਿੰਗੁੜ ਜਾਂਦਾ ਹੈ ਨਾ ਬੇਸਿਕਲੀ, ਅਗਰ ਨਾਰਮਲ ਲੈਂਗੁਏਜ ਜਾਂਦਾ ਜਾਂ ਉਹਨਾਂ ਦਾ ਪੋਜੀਸ਼ਨ। ਦੇਖੋ ਆਪਣੇ ਜੋ ਸਟਮਕ ਹੁੰਦਾ, ਨੀਚੇ ਬੈਠਦੇ ਹਾਂ, ਨੀਚੇ ਬੈਠਣ ਨਾਲ ਲੈਗਸ ਦਾ ਪੂਰਾ ਸਾਡੀ ਨਰਵਸ ਦਾ, ਵੇਨਸ ਦਾ ਇਫੈਕਟ ਆਉਂਦਾ, ਮੈਂਟਲੀ ਵੀ ਆਉਂਦਾ, ਫਿਜ਼ੀਕਲੀ ਵੀ ਆਉਂਦਾ। ਸੋ ਉਹ ਜੋ ਤਰੀਕਾ ਸੀ ਬੈਠਣ ਦਾ, ਅੱਧਾ 50% ਤਾਂ ਉਹੀ ਕਵਰ ਕਰ ਲੈਂਦਾ ਸੀ ਸਾਡੀ ਹੈਲਥ ਅੱਛੀ ਲੱਗਣ, ਪਾਚਨ ਸ਼ਕਤੀ ਵਧਦੀ। ਸੈਕਿੰਡ ਪਾਚਨ ਸ਼ਕਤੀ, ਸੈਕਿੰਡ ਜੋ ਆਪਾਂ ਗੱਲ ਕੀਤੀ ਹੁਣੀ, ਜੋ ਆਪਾਂ ਜੋ ਬਰਤਨ ਜਿਨ੍ਹਾਂ ਵਿੱਚ ਖਾਣੇ ਆ, ਕਾਂਸਾ ਬਰਤਨ ਹੁੰਦਾ ਸੀ, ਮੈਨੂੰ ਹਾਲੇ ਵੀ ਯਾਦ ਆ, ਅਸੀਂ ਛੋਟੇ ਹੁੰਦੇ ਸੀ ਤਾਂ ਮੇਰੇ ਦਾਦੀ ਜੀ ਸੀ, ਸਾਡੇ ਕਾਂਸੇ ਦੇ ਬਰਤਨ ਵਿੱਚ ਰਾਜਮਾ ਦਾਲਾਂ ਰੱਖੀ ਜਾਂਦੀਆਂ ਸੀ, ਬਿਨਾਂ ਕੁੱਕਰ ਤੋਂ। ਉਹਦਾ ਆਪ ਦੱਸ ਨਹੀਂ ਸਕਦੇ, ਮੁਕਾਬਲਾ ਨਹੀਂ ਹੈ ਕੋਈ, ਨਾ ਟੇਸਟ ਇਸ, ਨਾ ਹੈਲਥ ਵਾਈਜ਼, ਕੁਛ ਨਹੀਂ ਹੈ। ਜੋ ਹੁਣ ਸਟੀਮ ਨਾਲ ਆਪਾਂ ਫਟਾਫਟ, ਹੋਈ ਨਾ ਫਾਸਟ ਹੋ ਗਿਆ ਹੁਣ ਤਾਂ ਸੁੱਕੀ ਸਬਜ਼ੀਆਂ ਵੀ, ਕਿਉਂਕਿ ਸਵੇਰੇ ਛੇਤੀ ਆਫਿਸ ਨਿਕਲ ਜਾਂਦਾ ਕਿ ਕੁੱਕਰ 2 ਸੀਟੀਆਂ ਲੱਗਣਗੀ, ਗੱਲ ਖਤਮ। ਤੁਸੀਂ ਸੁੱਕੀ ਸਬਜ਼ੀ ਦੇਖੋ, ਇਹ ਵੀ ਹੁਣ ਪਿੱਛੇ ਰਹਿ ਗਿਆ। ਰਾਤ ਨੂੰ ਮਸਾਲੇ ਬਣਾ ਕੇ ਰੱਖ ਦਿੰਦੇ ਆ ਫ੍ਰਿਜ ਵਿੱਚ, ਮੈਂ ਡਰਾਸਟਿਕ ਬਹੁਤ ਜ਼ਿਆਦਾ ਡੈਮੇਜ ਕਰਦਾ ਉਹ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਾ ਨੁਕਸਾਨ ਹੈ ਉਹਨਾਂ ਚੀਜ਼ਾਂ। ਮੈਂ ਨਾ ਇਹ ਪੁਆਇੰਟ ਰੇਜ਼ ਕਰਨਾ ਸੀ ਕਿਉਂਕਿ ਅਕਸਰ ਹੁੰਦਾ ਹੈ ਕਿ ਅਸੀਂ ਬਾਹਰ ਕੰਟਰੀਜ਼ ਦਾ ਦੇਖਦੇ ਹਾਂ ਕਿ ਇੱਕ ਹਫ਼ਤੇ ਪਹਿਲੇ ਕਰੀ ਬਣਾ ਕੇ ਰੱਖਤੀ ਤੇ ਸਬਜ਼ੀਆਂ ਨਾਲ ਦੇ ਨਾਲ ਤੜਕਾ ਲਗਾਇਆ ਤੇ ਉਹਨਾਂ ਨੇ ਰੱਖਤੇ। ਚਲੋ ਉਹ ਬੋਲਦੇ ਕਿ ਸਾਡੇ ਕੋਲ ਟਾਈਮ ਨਹੀਂ ਹੈ ਨਾ, ਟਾਈਮ ਦੀ ਸ਼ਾਰਟੇਜ ਉਸ ਤਰੀਕੇ। ਲੇਕਿਨ ਆਪਣੇ ਇੰਡੀਆ ਦੇ ਵਿੱਚ ਵੀ ਇਹ ਕਲਚਰ ਮੋਸਟਲੀ ਮੈਂ ਘਰਾਂ 'ਚ ਦੇਖਣ ਲੱਗ ਗਈ, ਆਟਾ ਗੁੰਦਿਆ ਜਾਂਦਾ, ਜਦਕਿ ਸਾਡੀਆਂ ਮਾਵਾਂ ਕਹਿੰਦੀ ਸੀ ਕਿ ਨਾਲ ਦੇ ਨਾਲ ਉਨੀ ਰੋਟੀ ਦਾ ਆਟਾ 15 ਮਿੰਟ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਗੁੰਨੋ ਤੇ ਉਸੇ ਟਾਈਮ ਮੁੱਕ ਜਾਵੇ, ਫ੍ਰਿਜ 'ਚ ਆਟਾ ਨਹੀਂ ਜਾਣਾ ਚਾਹੀਦਾ। ਲੇਕਿਨ ਹੁਣ ਜਾਂਦਾ ਹੈ, ਪਿਆਜ਼ ਕਹਿੰਦੇ ਕੱਟ ਕੇ ਨਹੀਂ ਰੱਖਣਾ ਚਾਹੀਦਾ, ਪਰ ਉਹ ਚੀਜ਼ਾਂ ਹੋ ਰਹੀਆਂ। ਇਹ ਚੀਜ਼ਾਂ ਮਤਲਬ ਕਿਸ ਤਰੀਕੇ ਨਾਲ ਰੋਕੀਆਂ ਜਾ ਸਕਦੀਆਂ? ਤੁਸੀਂ ਕੀ ਵਿਊਅਰਸ ਨੂੰ ਕਹਿਣਾ ਚਾਹੋਗੇ ਕਿ ਨਹੀਂ ਕਰਨੀਆਂ ਚਾਹੀਦੀਆਂ? ਹਾਂ ਬਿਲਕੁਲ ਠੀਕ ਹੈ, ਬਹੁਤ ਅੱਛਾ ਕੁਐਸਚਨ ਤੁਹਾਡਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਟੇਲ ਫੂਡ ਨਾ ਖਾਓ। ਪਿਆਜ਼, ਪਿਆਜ਼ ਵਿੱਚ ਕੀ ਹੈ, ਸਾਇੰਟੀਫਿਕਲੀ ਮੈਂ ਸ਼ਾਰਟ ਦੱਸਦੀ ਹਾਂ, ਸਲਫਰ ਹੁੰਦਾ ਹੈ। ਉਹਨੂੰ ਜਦੋਂ ਆਪਾਂ, ਜਿਸ ਤਰ੍ਹਾਂ ਤੁਸੀਂ ਦੇਖੋ ਐਪਲ ਹੈ, ਆਪਾਂ ਕੱਟ ਕੇ ਰੱਖ ਦੋ, ਦੇਖੋ ਨਾ ਕਾਲਾ ਹੋ ਜਾਂਦਾ ਹੈ, ਪਿਆਜ਼ ਨਜ਼ਰ ਨਹੀਂ ਆਉਂਦਾ, ਸਲਫਰ ਹੁੰਦਾ। ਸਲਫਰ ਜਦੋਂ ਅਸੀਂ ਰੱਖਾਂਗੇ ਕਾਫੀ ਦੇਰ ਪਿਆ ਰਹੇਗਾ, ਅਸੀਂ ਆਪਣੇ ਅੰਦਰ ਪੋਇਜ਼ਨ ਜਾ ਰਿਹਾ ਸਾਡੇ, ਉਹ ਪੋਇਜ਼ਨ ਜੋ ਹੈ ਤਾਜ਼ਾ ਕੱਟ ਕੇ ਖਾਣਾ ਇਜ਼ ਓਕੇ, ਤਾਜ਼ਾ ਕੱਟ ਕੇ ਖਾਣਾ ਬਿਲਕੁਲ ਠੀਕ ਹੈ, ਬਹੁਤ ਅੱਛਾ ਹੈ ਸਾਡੀ ਹੈਲਥ ਵਾਸਤੇ। ਲੇਕਿਨ ਸਟੇਲ ਫੂਡ ਜਿਸ ਤਰ੍ਹਾਂ ਫ੍ਰਿਜ ਵਿੱਚ ਰੱਖ ਦਿੰਦੇ ਹਾਂ, ਆਟਾ ਗੁੰਨ ਕੇ ਰੱਖ ਦਿੰਦੇ ਹਾਂ, ਸਬਜ਼ੀਆਂ ਰਾਤ ਨੂੰ ਤੜਕੇ ਲਗਾ ਕੇ ਰੱਖ ਦਿੰਦੇ ਹਾਂ, ਜਾਂ ਮਸਾਲਾ ਭੁੰਨ ਕੇ ਰੱਖ ਦਿੰਦੇ ਹਾਂ, ਸਵੇਰੇ ਮਿਕਸ ਕਰ ਦਾਂਗੇ, ਰੋਂਗ, ਬਿਲਕੁਲ ਨਹੀਂ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਸਾਡੇ ਹਾਰਮੋਨਸ ਦੇ ਉੱਪਰ ਇਫੈਕਟ ਕਰ ਰਹੀਆਂ। ਹਾਰਮੋਨਸ ਕੀ ਹੈ, ਜ਼ਰੂਰੀ ਨਹੀਂ ਇਨਫਰਟੀਲਿਟੀ ਨਾਲ ਲਿੰਕ ਕਰਦੇ हैं ਜੀ, ਬਿਲਕੁਲ। ਇਹ ਸਾਡੇ ਮੈਂਟਲੀ, ਸਾਡੇ ਜੋ ਫਿਜ਼ੀਕਲੀ ਜੋ ਪ੍ਰੋਬਲਮ ਹੈ, ਜੋ ਸਾਨੂੰ ਸਟ੍ਰੈਸ ਆਉਂਦਾ ਹੈ, ਠੀਕ ਹੈ ਜੀ, ਸਾਡੀਆਂ ਆਈਜ਼ ਖਰਾਬ ਹੋ ਰਹੀਆਂ, ਡਾਈਜੈਸਟ ਸਿਸਟਮ, ਸਾਰਾ ਫੋਕਸ ਸਾਡੇ ਸਟਮਕ ਦੇ ਉੱਪਰ ਹੈ, ਡਾਈਜੈਸਟਿਵ ਸਿਸਟਮ ਦੇ ਉੱਪਰ ਹੈ, ਅਗਨੀ ਦੇ ਉੱਪਰ ਹੈ। ਸਭ ਕੁਝ ਪੇਟ ਠੀਕ ਹੈ, ਸਭ ਕੁਝ ਠੀਕ ਹੈ, ਇਹ ਮੈਜਿਕ ਬਾਕਸ ਹੈ ਪੇਟ।
ਇਹਦੇ ਵਿੱਚ ਸਭ ਕੁਝ ਲਿਵਰ ਹੈ ਸਾਡਾ, ਦੇਖੋ ਉਹਦੇ ਉੱਪਰ ਹਮ। ਕਿੰਨਾ ਲੋਡ ਪੈ ਰਿਹਾ ਸਟੀਲ ਫੂਡ ਦਾ। ਹਮ, ਵਿਚਾਰਾ ਕਿੰਨੀ ਦੇਰ ਤੱਕ ਵੇਟ ਕਰਦਾ ਰਹੇਗਾ ਕਿ ਹੁਣ ਹਮ, ਮੈਂ ਸਾਫ਼ ਹੋਵਾਂ, ਹੁਣ ਮੈਨੂੰ ਠੀਕ ਕੀਤਾ ਜਾਵੇ। ਪਰ ਅਸੀਂ ਲੋਕ ਉੱਪਰ ਹੋਰ ਸੁੱਟੀ ਜਾਂਦੇ ਹਾਂ, ਜੰਕ ਫੂਡ ਖਾਈ ਜਾਂਦੇ ਹਾਂ, ਮੈਦੇ ਖਾਈ ਜਾਂਦੇ ਹਾਂ, 버ਗਰ ਖਾਈ ਜਾਂਦੇ ਹਾਂ, ਪੀਜ਼ੇ ਖਾਈ ਜਾਂਦੇ ਹਾਂ। ਕਿਉਂ? ਟਾਈਮ ਨਹੀਂ ਹੈ। ਹਮ, ਫਾਸਟ ਲਾਈਫ ਸਭ ਤੋਂ ਪਹਿਲਾਂ ਸ਼ਾਰਟ ਵਿੱਚ ਹੀ ਫਾਸਟ ਲਾਈਫ। ਸਾਨੂੰ ਠੀਕ ਹੈ ਕਮਾਉਣਾ ਹੈ, ਲੇਕਿਨ ਥੋੜਾ ਜਿਹਾ ਮੇਰੀ ਰਿਕੁਐਸਟ ਹੈ ਸਭ ਨੂੰ ਕਿ ਆਪਣਾ ਖਾਣੇ ਉੱਪਰ ਜ਼ਰੂਰ ਧਿਆਨ ਦਿਓ। ਹਮ, ਲਾਈਫ ਸਟਾइल एक्सरसाइज करनी 15 मिनट निकालो, पर जरूर करो। योगा करो, सुबह 15 मिनट पहले उठ जाओ, कोई गल नहीं। जनरली ਆਪਾਂ ਕਹਿੰਦੇ ਨਹੀਂ ਸਾਡੇ ਕੋਲ ਟਾਈਮ ਨਹੀਂ, ਸਵੇਰੇ ਨਹੀਂ ਹੁੰਦਾ ਟਾਈਮ। ਪਰ ਇੱਕ ਫੈਕਟ ਇਹ ਵੀ ਤਾਂ ਹੈ ਨਾ ਕਿ ਉਸ ਟਾਈਮ ਤੇ ਨਾ ਸਾਡੇ ਕੋਲ ਤਾਜ਼ੇ ਫਲ ਸਬਜ਼ੀਆਂ ਹੁੰਦੀਆਂ ਸੀ, ਆਰਗੈਨਿਕ, ਜਿਨ੍ਹਾਂ ਦਾ ਅੱਜ ਅਸੀਂ ਨਾਮ ਦਿੰਦੇ ਹਾਂ, ਹੈ ਨਾ, ਘਰੇ ਉਗਦੇ ਹੁੰਦੇ ਸੀ। ਮੈਨੂੰ ਆਪਣਾ ਵੀ ਬਚਪਨ ਚੇਤੇ ਹੈ ਕਿ ਪਿੱਛੇ ਖੁੱਲਾ ਵਿਹੜਾ ਹੁੰਦਾ ਸੀ, ਕੱਚਾ ਹੁੰਦਾ ਸੀ, ਤੇ ਉੱਥੇ ਸਾਰੀਆਂ ਸਬਜ਼ੀਆਂ ਘਰੇ ਉਗਦੀਆਂ ਹੋਣੀਆਂ, ਹੈ ਨਾ, ਬੀਜੀਆਂ ਹੁੰਦੀਆਂ ਸੀਗੀਆਂ। ਸੋ ਉਹੀਓ ਮੌਸਮ ਦੇ ਹਿਸਾਬ ਨਾਲ ਖਾਣੀਆਂ, ਘਰ ਦੀਆਂ ਕੱਢੀਆਂ, ਤਾਜ਼ੀਆਂ ਕੱਢੀਆਂ। ਪਰ ਹੁਣ ਉਹ ਚੀਜ਼ਾਂ ਨਹੀਂ ਹੈ। ਹੁਣ ਮਿਲਾਵਟ ਬਹੁਤ ਜ਼ਿਆਦਾ, ਦੁੱਧ ਵਿੱਚ ਮਿਲਾਵਟ, ਪਨੀਰ ਵਿੱਚ ਮਿਲਾਵਟ, ਫਲ ਸਬਜ਼ੀਆਂ, ਹਰ ਚੀਜ਼ ਵਿੱਚ ਮਿਲਾਵਟ। ਸੋ ਇੱਕ ਬੰਦਾ ਹੈਲਥੀ ਕਿਵੇਂ ਰਹਿ ਸਕਦਾ? ਮੈਂ ਇਹੀ ਕਹਿਣਾ ਚਾਹਨੀ, ਜੋ ਅਸੀਂ ਘਰ ਵਿੱਚ ਮੰਨ ਲਓ ਆਪਾਂ ਇੱਕ ਛੋਟਾ ਜਿਹਾ ਇੱਕ ਗਾਰਡਨ ਬਣਾ ਲਿਆ, ਅਸੀਂ ਸੋਚਦੇ ਹਾਂ ਕਿ ਉੱਥੇ ਆਪਣੀ ਸਬਜ਼ੀਆਂ ਆਪਣੇ ਲਾਇਕ ਜਿੰਨੀਆਂ ਆਪਾਂ ਨੂੰ ਜ਼ਰੂਰਤ ਹੈ। ਛੋਟੀ ਛੋਟੀ ਫੈਮਿਲੀਜ਼ ਹੋ ਗਈਆਂ, ਹੁਣ ਬੜੀਆਂ ਫੈਮਲੀਆਂ ਤੇ ਰਹੀਆਂ ਨੇ। ਅਗਰ ਮੈਂ ਵੀ ਸੋਚਾਂ ਮੈਂ ਬਣਾ ਲਾ, ਈਵਨ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਘਰ ਵੀ ਲਗਾਇਆ ਸੀ, ਪਰ ਸਾਡੀ ਜ਼ਮੀਨ ਵਿੱਚ ਹੀ ਪੋਇਜ਼ਨ ਚਲਾ ਗਿਆ। ਆਰਗੈਨਿਕ ਉਹ ਪੈਦਾਵਾਰ ਹੁੰਦੀ ਹੋਈ ਨਹੀਂ ਹੈ, ਉਹ ਖਤਮ ਹੀ ਹੋ ਗਈ। ਜ਼ਮੀਨ ਨੇ ਖਤਮ ਕਰ ਲਈ, ਸਭ ਕੁਝ ਖਤਮ ਹੋ ਗਿਆ। ਹੁਣ ਸਭ ਕੁਝ ਪੋਇਜ਼ਨ ਆ ਗਿਆ, ਜੋ ਅਸੀਂ ਖਾ ਰਹੇ ਹਾਂ ਸਭ ਕੁਝ ਅੰਦਰ ਪੋਇਜ਼ਨ ਜਾ ਰਿਹਾ। ਬਟ ਇਹ ਸਾਰਾ ਕੁਝ ਦੇਖਿਆ ਜਾਵੇ, ਇਹਨੂੰ ਸੈੱਟ ਕਰਨਾ ਬਹੁਤ ਲੰਬਾ ਪ੍ਰੋਸੀਜਰ ਹੈ, ਪਰ ਸਾਡੇ ਹੱਥ ਵਿੱਚ ਹੀ ਹੈ। ਅਗਰ ਅਸੀਂ ਲੋਕ ਥੋੜਾ ਥੋੜਾ ਚੇਂਜ ਕਰਾਂਗੇ, ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਾਂਗੇ, ਕੁਝ ਬੈਨੀਫਿਟ ਤਾਂ ਮਿਲੇਗਾ ਨਾ। ਰਾਈਟ। ਅਗਰ ਸਾਨੂੰ ਆਰਗੈਨਿਕ ਸਬਜ਼ੀਆਂ ਫਰੂਟ ਨਹੀਂ ਮਿਲ ਰਹੇ, ਕਮ ਸੇ ਕਮ ਜੋ ਸਾਡੇ ਹੱਥ ਵਿੱਚ ਹੈ, ਯੋਗਾ ਕਰਨਾ, ਐਕਸਰਸਾਈਜ਼ ਕਰਨਾ, ਸਟੇਲ ਫੂਡ ਨਾ ਖਾਣਾ, ਜਾਂ ਸਟ੍ਰੈਸ ਨਾ ਲੈਣਾ, ਦੌੜ ਕੇ ਖਾਣਾ, ਜਾਂਦੇ ਜਾਂਦੇ ਬਾਈਟ ਖਾਣਾ, ਇਹ ਤਾਂ ਸਾਡੇ ਹੱਥ 'ਚ ਹੈ, ਤਾਂ ਅਸੀਂ ਕਰ ਹੀ ਸਕਦੇ ਹਾਂ ਨਾ। ਬਾਕੀ ਚਲੋ ਥਰੂ ਆਊਟ ਸਾਰੇ ਕਿਤੇ ਜੋ ਸਬਜ਼ੀਆਂ ਬਾਹਰੋਂ ਆਉਂਦੀਆਂ ਸਾਡੇ ਬੱਸ ਵਿੱਚ ਨਹੀਂ ਹੈ, ਬੱਸ ਵਿੱਚ ਹੈ, ਲੇਕਿਨ ਇਹ ਤਾਂ ਸਾਰਾ ਲੰਬਾ ਪ੍ਰੋਸੀਜਰ ਹੈ। ਬਟ ਮੈਂ ਇਹੀ ਕਹਿਣਾ ਚਾਹੂੰਗੀ ਸਭ ਨੂੰ, ਸਾਰੇ ਜੋ ਕਿ ਆਪਣਾ ਜੋ ਹੈਲਥ ਦਾ ਧਿਆਨ ਰੱਖੋ, ਤਾਂ ਜੋ ਆਪਣੀ ਜੋ ਹਾਰਮੋਨਸ ਸਿਸਟਮ ਹੈ ਅੰਦਰ, ਜੋ ਤੁਹਾਡਾ ਬਲੱਡ ਹੈ ਉਹਦੇ ਵਿੱਚ ਪੋਇਜ਼ਨ ਜਾ ਰਿਹਾ ਹੈ ਸਾਰਾ, ਤਾਂ ਜੋ ਚੇਂਜਸ ਆਉਂਦੀਆਂ ਉਹ ਸਾਡੀ ਸਭ ਤੋਂ ਜ਼ਿਆਦਾ ਫੀਮੇਲਸ ਦੀ ਜਿਹੜੀ ਬੋਡੀ ਹੈ ਨਾ, ਜ਼ਿਆਦਾ ਇਫੈਕਟ ਹੁੰਦਾ। ਅਸੀਂ ਕਿਉਂਕਿ ਦੇਖੋ ਕੰਸਰਨ ਤਾਂ ਹੈ, ਇੱਕ ਔਰਤ ਨੇ ਸ੍ਰਿਸ਼ਟੀ ਨੂੰ ਅੱਗੇ ਤੋੜਨਾ ਹੈ, ਸੰਸਾਰ ਨੂੰ ਅੱਗੇ ਤੋੜਨਾ, ਔਰ ਜੇ ਉਹੀ ਸਹੀ ਨਹੀਂ ਰਹੇਗੀ ਤਾਂ ਸਮਾਜ ਅੱਗੇ ਨਹੀਂ ਤੁਰ ਪਾਏਗਾ, ਹੈ ਨਾ। ਪਾਪੂਲੇਸ਼ਨ ਸਾਡੀ ਉੱਥੇ ਹੀ ਰੁਕ ਜਾਏਗੀ, ਸੰਸਾਰ ਹੀ ਨਹੀਂ ਚੱਲ ਪਾਏਗਾ। PCOD ਵੈਰੀ ਮੇਜਰ ਕੰਸਰਨ। ਪਹਿਲਾਂ ਹੁੰਦਾ ਸੀ ਕਿ 14 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਸਾਈਕਲ ਕੁੜੀਆਂ ਦਾ ਸ਼ੁਰੂ ਹੁੰਦਾ ਸੀਗਾ, 14-15 ਇਸ ਏਜ ਨੂੰ ਪਰਫੈਕਟ ਏਜ ਮੰਨਿਆ ਜਾਂਦਾ ਸੀ ਫॉर ਪੀਰੀਅਡਸ। ਬਟ ਨਾਓ 9 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਰਹੇ ਨੇ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਜੰਕ ਫੂਡ ਖਾਣਾ, ਸਟ੍ਰੈਸ। ਜੋ ਜੰਕ ਫੂਡ ਖਾਣੇ ਆ ਉਹਦੇ ਨਾਲ ਸਾਡੇ, ਮੈਂ ਜਿਸ ਤਰ੍ਹਾਂ ਹੁਣ ਤੁਹਾਨੂੰ ਦੱਸਿਆ, ਸਾਰੇ ਹਾਰਮੋਨਸ ਚੇਂਜ ਹੁੰਦੇ ਆ। ਅਗਰ ਅਸੀਂ ਖਾਣਾ ਅੱਛਾ ਨਹੀਂ ਖਾਵਾਂਗੇ, ਸਾਡੀ ਆਉਣ ਵਾਲੇ ਟਾਈਮ 'ਚ 5 ਤੋਂ 6 ਸਾਲ ਦੀ ਏਜ ਦੇ ਵਿੱਚ ਸ਼ੁਰੂ ਹੋ ਜਾਣੇ ਆ ਇਹ ਪਿੱਛੇ ਜਾ ਰਹੇ ਹੈ ਹੌਲੀ ਹੌਲੀ। ਤੁਸੀਂ ਦੇਖੋ, ਤੁਸੀਂ ਪੀਰੀਅਡਸ ਦੀ ਗੱਲ ਕੀਤੀ ਹੈ, PCOD ਦੀ ਗੱਲ ਕੀਤੀ ਹੈ। PCOD ਕਿੱਥੋਂ ਡਿਵੈਲਪ ਹੁੰਦਾ? ਕੁਛ ਨਹੀਂ, ਕੋਈ ਬਿਮਾਰੀ ਨਹੀਂ ਹੈ PCOD PCOS। ਇਹ ਸਾਡੇ ਲਾਈਫ ਸਟਾਈਲ ਨਾਲ ਹੀ ਰਿਲੇਟਡ ਹੈ, ਇਹ ਕੋਈ ਡਿਜ਼ੀਜ਼ ਨਹੀਂ। ਲੋਕ ਸੋਚਦੇ PCOD ਆ ਗਿਆ, ਪਤਾ ਨਹੀਂ ਕਿਆ ਹੋ ਗਿਆ, ਤਾਂ ਕੋਈ ਟ੍ਰੀਟਮੈਂਟ ਨਹੀਂ, ਐਸਾ ਕੁਝ ਨਹੀਂ ਹੈ। ਇਹ ਬਾਈ ਨੇਚਰ ਹੀ ਠੀਕ ਕਰ ਸਕਦੇ ਹਾਂ ਅਸੀਂ ਖੁਦ ਠੀਕ ਕਰ ਸਕਦੇ, ਡਾਕਟਰ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਲੇਕਿਨ ਫੋਲੋ ਕਰਾਂਗੇ ਸਾਡੀਆਂ ਗੱਲਾਂ, ਜੋ ਡਾਕਟਰ ਐਡਵਾਈਸ ਕਰੇਗਾ, ਜਿਸ ਮੰਨ ਲਓ ਮੈਂ ਹੀ ਸਮਝਾਣੀ ਹੈ, ਤੁਸੀਂ ਆਪਣਾ ਲਾਈਫ ਸਟਾਈਲ ਠੀਕ ਰੱਖੋ, ਠੀਕ ਖਾਣ ਪੀਣ ਰੱਖੋ, ਸਟ੍ਰੈਸ ਨਾ ਲਓ, ਤਾਂ PCOD ਆਟੋਮੈਟਿਕਲੀ ਪਰ ਜਿੱਦਾਂ ਕੁੜੀਆਂ ਹੁਣ ਮੋਸਟਲੀ ਜਿੱਦਾਂ ਡਾਕਟਰ ਕੋਲ ਜਾਂਦੇ ਆ, ਕਿਉਂਕਿ ਮੇਜਰ ਕੰਸਰਨ ਰੇਜ਼ ਹੁੰਦਾ ਹੈ ਨਾ, ਜਿਹੜੀਆਂ ਵਿਆਹੀ ਨਹੀਂ ਹੋਈਆਂ ਕੁੜੀਆਂ ਸਪੈਸ਼ਲੀ, ਉਹਨਾਂ ਦੇ ਲਈ ਜਦੋਂ PCOD ਹੋ ਗਿਆ, 2-2 3-3 ਮਹੀਨੇ ਸਾਈਕਲ ਅਪ ਡਾਊਨ ਹੋ ਜਾਂਦਾ, ਪੀਰੀਅਡਸ ਨਹੀਂ ਆਉਂਦੇ, ਐਕਸੈਸਿਵ ਹੇਅਰ ਗਰੋਥ, ਔਰ ਬਹੁਤ ਸਾਰੇ ਮੂਡ ਸਵਿੰਗਸ ਐਂਡ ਚੀਜ਼ਾਂ ਚੇਂਜ ਹੋ ਜਾਂਦੀਆਂ। ਸੋ ਰੀਜ਼ਨਸ ਤੁਹਾਨੂੰ ਪਤਾ, ਔਰ ਜਿਹੜੇ ਸਫਰ ਕਰ ਰਹੇ, ਮੇ ਬੀ ਵਿਊਅਰਸ ਬਹੁਤ ਸਾਰੇ ਹੋਣਗੇ ਜਿਹੜੇ ਸਫਰ ਕਰ ਰਹੇ, ਉਹਨਾਂ ਨੂੰ ਪਤਾ ਹੈ ਕਾਰਨ ਕੀ। ਅਸੀਂ ਡਾਕਟਰ ਕੋਲ ਜਾਂਦੇ, ਡਾਕਟਰ ਹਾਰਮੋਨਸ ਦੀ ਮੈਡੀਸਿਨ ਦਿੰਦੇ ਆ, ਉਹ 21 ਡੇਜ਼ ਦਾ ਕੋਰਸ ਹੁੰਦਾ, ਉਹ 21 ਦਿਨ ਖਾਦਾ, ਪੀਰੀਅਡਸ ਆ ਗਏ, ਲੇਕਿਨ ਉਸ ਤੋਂ ਬਾਅਦ ਤੁਸੀਂ ਰੋਕੋਗੇ ਤਾਂ ਫਿਰ ਉਹ ਬੰਦ ਹੋ ਜਾਂਦੇ ਆ। ਸੋ ਇਸ ਚੀਜ਼ ਦਾ ਤੋੜ ਕੀ ਹੈ? ਤੋੜ ਬਸ ਇਹੀ ਹੈ, ਅਗਰ ਅਸੀਂ ਆਰਟੀਫਿਸ਼ੀਅਲ ਜੋ ਹਾਰਮੋਨਸ ਖਾਣੇ ਆ, ਉਹਦਾ ਇੱਕੋ ਹੀ ਰੀਜ਼ਨ ਹੈ ਕਿ ਤੁਸੀਂ ਖਾਓਗੇ, ਦੁਬਾਰਾ ਫਿਰ ਬੰਦ ਕਰੋਗੇ, ਫਿਰ ਉਹੀ ਪ੍ਰੋਬਲਮ ਹੋ ਜਾਏਗੀ। ਇਹਦਾ ਤੋੜ ਸਭ ਤੋਂ ਬੜਾ ਇਹੀ ਹੈ ਕਿ ਤੁਸੀਂ ਨੈਚੁਰਲ ਰਹੋ, ਨੈਚੁਰਲ ਟ੍ਰੀਟਮੈਂਟ ਲਓ, ਕਿਉਂਕਿ ਨੈਚੁਰਲ ਆਯੁਰਵੇਦਾ ਵਿੱਚ ਜੋ ਟ੍ਰੀਟਮੈਂਟ ਦਿੱਤਾ ਜਾਂਦਾ ਉਹ ਸਾਰਾ ਹਰਬਸ ਤੋਂ ਤਿਆਰ ਹੁੰਦਾ ਹੈ।
अगर लाइफस्टाइल ना ठीक हो सकता है वेल एंड गुड। अगर मान लो थोड़ी बहुत लंबा टाइਮ तो ਤੁਹਾਨੂੰ PCOD है ਜਾਂ PCOS है, ਉਹਨੂੰ ਆਯੁਰਵੈਦਾ ਦੇ ਥਰੂ ਮੈਡੀਸਿਨਸ ਦਿੱਤੀਆਂ ਜਾਂਦੀਆਂ ਜੋ ਕਿ ਹਰਬਸ ਤੋਂ ਨੈਚੁਰਲ ਹਰਬਸ ਤੋਂ ਬਣਦੀਆਂ दिस इज जैसे क्योरेबल। यस 100% क्योरेबल 100%। मेरा जो एक्सपीरियंस है बिल्कुल ठीक हो जाता है, कोई घबराने वाली गल नहीं होंगी। लेकिन एक फेथ करना होंदा है, एक माइंड सैट करना होंदा है कि मैंने नैचुरल रहना है। अगर आप आर्टिफिशियल लाइफ जीवांगे मेडिसिन डॉक्टर तो आयुर्वेदिक ही ले लो। मान लो मैंने एग्जाम्पल मैंने मेडिसिन दी है पेशेंट को कि तू आयुर्वेदा मेडिसिन एक 2-3 मंथ्स का कोर्स कर ले, ठीक हो जाएगा। लेकिन वो लाइफस्टाइल ठीक नहीं करेगी, जंक फूड खाई जाएगी, दवाई काम नहीं कोई करेगी। फायदा नहीं। देखो कोई फायदा नहीं डॉक्टर कोल आंदा। मैं हम्म। अपने पेशेंट्स ਨੂੰ ਇਹੀ कहनी है ਤੁਸੀਂ ਮੈਡੀਸਿਨ ਤਦ ਲੈਣਾ ਅਗਰ ਆਪਣਾ ਲਾਈਫਸਟਾਈਲ ਠੀਕ ਰੱਖੋਗੇ, ਕਿਉਂਕਿ ਇਹ ਰਿਲੇਟਡ ਹੀ PCOD ਜੋ ਪ੍ਰੋਬਲਮ ਹੈ ਇਹ ਲਾਈਫਸਟਾਈਲ ਨਾਲ ਹੀ ਰਿਲੇਟਡ ਹੈ। ਅਗਰ ਸਾਡੀ ਹੈਲਥ ਅੱਛੀ ਰਹੂਗੀ, ਅੰਦਰ ਪਿਓਰ ਹੈਲਥ ਹੋਊਗੀ, ਤਦ ਹੀ ਸਾਡੇ ਸਭ ਕੁਝ ਠੀਕ ਹੋ ਪਾਏਗਾ। ਤਦ ਹੀ ਅੱਗੇ ਜਾ ਕੇ ਫਿਰ ਕੀ ਹੁੰਦਾ, ਜਦੋਂ ਸ਼ਾਦੀ ਹੋ ਜਾਂਦੀ ਹੈ ਬੱਚਿਆਂ ਦੀ, ਫਿਰ ਅੱਗੇ ਜਾ ਕੇ ਉਹ ਸਫਰ ਕਰਦੀ ਹੈ Conceive ਕਰਨ 'ਚ ਇਨਫਰਟੀਲਿਟੀ, problem ਕਨਸੀਵ ਆਉਂਦੀ ਹੈ। ਕਰਨ ਵਿੱਚ। ਕਿਉਂ ਇੰਨਾ ਜ਼ਿਆਦਾ ਲੰਬਾ ਹੋ ਜਾਂਦਾ, ਫਿਰ ਉਹਨਾਂ ਨੂੰ ਫੀਲ ਹੁੰਦਾ ਕਿ ਅਸੀਂ ਕਹਿਣਾ ਨਹੀਂ ਮੰਨਿਆ। ਮੈਂ ਦੇਖਦੀ ਹਾਂ ਮੇਰੇ ਕੋਲ 10 ਵਿੱਚੋਂ 9 ਪੇਸ਼ੈਂਟਸ ਜੋ ਮੈਰਿਜ ਤੋਂ ਬਾਅਦ ਫੀਲ ਕਰ ਰਹੇ ਹੈ ਕਿ ਡਾਕਟਰ ਸਾਡੀ ਗਲਤੀ ਹੈ, ਸਾਨੂੰ ਉਸੇ ਟਾਈਮ ਗੱਲ ਸਮਝ ਲੈਣੀ ਚਾਹੀਦੀ ਸੀ। ਪਰ ਚਲੋ ਕੋਈ ਨਹੀਂ, ਮੈਚੁਰਿਟੀ ਨਾਲ ਹੌਲੀ ਹੌਲੀ ਆ ਜਾਂਦੀ ਗੱਲਾਂ, ਸਮਝ ਆ ਜਾਂਦੀ। ਉਸ ਟਾਈਮ ਜਦੋਂ ਉਹ ਸਾਰੀਆਂ ਗੱਲਾਂ ਮੇਰੀ ਫੋਲੋ ਕਰਦੇ ਆ, ਫਿਰ ਅਸੀਂ ਮੈਡੀਸਨ ਵੀ ਦਿੰਦੇ ਹਾਂ ਕਿਉਰ ਕਰਨ ਲਈ, ਉਹਦੇ ਨਾਲ ਉਹਨਾਂ ਦਾ ਆਟੋਮੈਟਿਕਲੀ ਠੀਕ ਹੁੰਦਾ ਜਾਂਦਾ ਹੈ। ਮੈਂ ਜਿੱਦਾਂ ਪਹਿਲਾਂ ਸਵਾਲ ਕੀਤਾ ਸੀ ਨਾ ਕਿ 9 ਸਾਲ ਦੀ ਬੱਚੀਆਂ ਨੂੰ ਪੀਰੀਅਡਸ ਆ ਰਿਹਾ ਹੈ, ਹਾਂਜੀ। ਕੰਸਰਨ ਇਜ਼ ਕਿ ਇੱਕਦਮ 360 ਡਿਗਰੀ ਦਾ ਰੋਟੇਸ਼ਨ ਹੋਈ ਹੈ ਯੂਨੀਵਰਸ ਦੇ ਵਿੱਚ, ਹੈ ਨਾ, ਹਾਂਜੀ ਐਂਡ ਦਿਸ ਇਜ਼ ਐਕਚੁਅਲੀ ਪੇਨਫੁਲ। ਮੈਂ ਕਿਉਂਕਿ ਤੁਸੀਂ ਡਾਕਟਰ ਹੋ, ਸੋ ਮੈਂ ਤੁਹਾਡੀ ਭਾਸ਼ਾ ਦੇ ਵਿੱਚ ਜਾਂ ਤੁਹਾਡੇ ਤਜਰਬੇ ਨਾਲ ਇਹ ਜਾਣਨਾ ਚਾਹੁੰਦੀ ਹਾਂ ਕਿ ਅਸੀਂ ਇੱਕ ਆਮ ਇਨਸਾਨ ਦੇ ਤੌਰ ਤੇ ਕੰਸਰਨ ਜ਼ਾਹਰ ਕਰ ਰਹੇ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਹਾਂਜੀ 9 ਸਾਲ ਦੀ ਬੱਚਿਆਂ ਨੂੰ ਇੰਨੀ ਛੇਤੀ ਸਾਈਕਲ ਦਾ ਸਟਾਰਟ ਹੋਣਾ, ਕੀ ਇਹ ਸਹੀ ਹੈ, ਇਹ ਓਕੇ ਹੈ ਉਹਨਾਂ ਦੀ ਹੈਲਥ ਵਾਸਤੇ, ਅੱਗੇ ਫਿਊਚਰ ਵਾਸਤੇ? ਬਿਲਕੁਲ ਸਹੀ ਨਹੀਂ ਹੈ, ਬਿਲकुल सही नहीं है। पर ये हो चुके हैं, बहुत चेंजेस आ चुकी हैं। जो 8 साल की 9 साल की लड़की है उन्होंने बेचारी ਨੂੰ ਕੁਝ ਪਤਾ ਹੀ ਨਹੀਂ ਹੈ। ਟਰਾਮਾ ਉਹਦੇ ਲਈ ਟਰਾਮਾ ਹੋ ਜਾਂਦਾ, ਈਵਨ ਮਦਰਸ ਲਈ ਟਰਾਮਾ ਹੋ ਜਾਂਦਾ ਹੈ ਆਪਣੀ ਬੱਚੀ ਵਾਸਤੇ। ਉਹਨੂੰ ਹਲੇ ਕੁਝ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਕੀ ਦੁਨੀਆ ਹੈ, ਕੀ ਹੁੰਦਾ ਹੈ। ਉਹ ਜਦੋਂ ਉਹਨੂੰ ਪੀਰੀਅਡਸ ਆਉਂਦੇ ਆ ਉਸ ਘਬਰਾ ਜਾਂਦੀ ਹੈ ਕਿ ਕੀ ਹੋ ਗਿਆ, ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਹੈ, ਮੈਨੂੰ ਕੋਈ ਬਿਮਾਰੀ ਹੋ ਗਈ ਹੈ, ਕਿਉਂਕਿ ਬੱਚੇ ਛੋਟੇ ਬੱਚੇ ਨੂੰ ਕੁਝ ਨਹੀਂ ਪਤਾ। ਅੱਛਾ ਇੱਕ ਹੋਰ ਤੁਹਾਨੂੰ ਮੈਂ ਦੱਸਾਂ, ਮਦਰਸ ਵੀ 8-9 ਸਾਲ ਦੇ ਬੱਚੇ ਨੂੰ ਪਹਿਲਾਂ ਦੱਸ ਨਹੀਂ ਰਹੇ। ਮਦਰ ਵਾਸਤੇ ਵੀ ਟਰਾਮਾ ਹੈ ਕਿ ਮੈਂ ਬੱਚੇ ਨੂੰ ਕੀ ਦੱਸਾਂ, ਜਦ ਕਿ ਆਈ ਥਿੰਕ ਇਹ ਦੱਸਣਾ ਚਾਹੀਦਾ। ਪਰ ਹੁਣ ਚੇਂਜਸ ਇਹ ਆ ਗਈਆਂ ਕਿ ਸਟੱਡੀ ਜੋ ਸਕੂਲ ਦੇ ਵਿੱਚ ਸਬਜੈਕਟਸ ਐਸੇ ਆ ਗਏ, ਉੱਥੋਂ ਬੱਚਿਆਂ ਨੂੰ ਕਾਫੀ ਅਵੇਅਰਨੈਸ ਹੋਣੀ ਸ਼ੁਰੂ ਹੋ ਗਈ ਹੈ। ਇਹ ਚੀਜ਼ਾਂ ਠੀਕ ਹੈ, ਲੇਕਿਨ ਇਹਦੇ ਨਾਲ ਇੱਕ ਹੋਰ ਰੀਜ਼ਨ ਹੈ, ਜ਼ਿਆਦਾ ਅਵੇਅਰਨੈਸ ਵੀ ਗਲਤ ਹੈ। ਮੈਂ ਤੁਹਾਡਾ ਸਭ ਤੋਂ ਜਿਹੜਾ ਆਨਸਰ ਦਿੰਦੀ ਹੈ, ਜ਼ਿਆਦਾ ਪਤਾ ਹੋਣਾ ਉਹਦੇ ਬਾਰੇ ਕਿ ਦੇਖੋ ਬਾਈ ਨੇਚਰ ਹੈ ਕਿ ਹਾਰਮੋਨਸ ਚੇਂਜ ਹੋ ਰਿਹਾ, ਬੋਡੀ ਚੇਂਜਸ ਆ ਰਹੀਆਂ, ਉਹ ਉਸ ਗੱਲ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਂਦੇ, ਸੋਚਣ ਲੱਗ ਜਾਂਦੇ। ਉਹਦੇ ਨਾਲ ਕਿ ਪੀਰੀਅਡਸ ਹੋਰ ਜ਼ਿਆਦਾ ਜਲਦੀ ਆਉਣੇ ਸ਼ੁਰੂ ਹੋ ਜਾਂਦੇ, ਕਿਉਂਕਿ ਥਿੰਕ ਆਫ ਕਰਦੇ ਬੱਚੇ ਕਿ ਅੱਛਾ ਇੱਦਾਂ ਵੀ ਹੁੰਦਾ, ਇੱਦਾਂ ਵੀ ਹੁੰਦਾ। ਥੋੜ੍ਹਾ ਜਿਹਾ ਪਹਿਲਾਂ ਦੱਸਣਾ ਚਾਹੀਦਾ। 5th ਕਲਾਸ ਤੋਂ 4th ਕਲਾਸ ਤੋਂ ਸ਼ੁਰੂ ਹੋ ਗਿਆ ਕਿ ਇਹ ਵਾਲੀ ਚੀਜ਼ ਪ੍ਰੋਬਲਮ ਇਸ ਤਰ੍ਹਾਂ ਹੁੰਦੀ ਹੈ। ਐਂਡ ਕਿਤੇ ਨਾ ਕਿਤੇ ਦਸ ਥਿੰਕ ਸੋਸ਼ਲ ਮੀਡੀਆ ਹੈਜ਼ ਚੇਂਜਡ ਐਵਰੀਥਿੰਗ, ਹੈ ਨਾ। ਕੰਟੈਂਟ ਆਪਾਂ ਮੀਡੀਆ ਤੇ ਕਿਸ ਤਰੀਕੇ ਦਾ ਬੱਚੇ ਅੱਜ ਕੱਲ ਦੇ ਦੇਖ ਰਹੇ ਨੇ, ਉਹ ਚੀਜ਼ਾਂ ਕਿਤੇ ਨਾ ਕਿਤੇ ਮੈਟਰ ਕਰਦੀਆਂ ਨੇ। ਕੋਈ ਐਸੀ ਵੀਡੀਓਜ਼ ਦੇਖਦੇ ਆ ਬੱਚੇ ਜੋ ਨਹੀਂ ਉਹਨਾਂ ਦੀ ਏਜ ਦੇ ਅਕੋਰਡਿੰਗਲੀ, ਤਾਂ ਉਹਨੂੰ ਪਰਫੈਕਟ ਆਣਾ ਹੀ ਆਣਾ, ਉਹਨਾਂ ਦਾ ਕਸੂਰ ਨਹੀਂ ਹੈ। ਪਰ ਉਹਨਾਂ ਨੂੰ ਰੋਕਣਾ ਚਾਹੀਦਾ ਹੈ, ਰੁਕਣਾ ਵੀ ਚਾਹੀਦਾ ਹੈ। ਪਰ ਪੇਰੈਂਟਸ ਦੀ ਡਿਊਟੀ ਇਹਦੇ ਵਿੱਚ ਕਿ ਬੱਚਿਆਂ ਦਾ ਧਿਆਨ ਰੱਖੋ ਇਸ ਗੱਲ ਦਾ। ਬਾਂਝਪਨ, ਹੈ ਨਾ, ਆਪਾਂ ਜਿੱਦਾਂ ਪੀਰੀਅਡਸ ਆ, PCOD, ਕਿਤੇ ਨਾ ਕਿਤੇ ਚੀਜ਼ਾਂ ਕੋ ਰਿਲੇਟਡ ਨੇ ਆਪਣੇ ਆਪ ਦੇ ਵਿੱਚ। ਫਿਰ ਭਾਵੇਂ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਮੇਲ ਰੇਸ਼ੋ ਵੀ ਵੱਧ ਰਹੀ ਹੈ, ਫਿਰ ਭਾਵੇਂ ਲੈਸ ਸਪਰਮ ਕਾਊਂਟ ਹੋਵੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਇਸਦਾ ਕਾਰਨ ਕੀ ਨੇ? ਕਿਉਂਕਿ ਕੱਲ ਹਲੇ ਹਾਲ ਹੀ ਦੇ ਵਿੱਚ, ਮਤਲਬ ਅਗਰ ਕਿਹਾ ਜਾਵੇ ਇੱਕ ਦਿਨ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਕੰਸਰਨ ਰੇਜ਼ ਕੀਤਾ, ਖਾਸ ਕਰਕੇ ਪੰਜਾਬ ਵਾਸਤੇ। ਇੱਕ ਬਾਰਡਰ ਏਰੀਆ ਦੀ ਬੈਲਟ ਹੈ, ਉੱਥੇ ਚਮੜੇ ਦੀ ਫੈਕਟਰੀ ਹੈ। ਉਹ ਕੰਸਰਨ ਕਾਫੀ ਟਾਈਮ ਤੋਂ ਸੀ ਕਿ ਉਹਦਾ ਪਾਣੀ ਬਹੁਤ ਦੂਸ਼ਿਤ ਹੈ, ਜਿਹੜਾ ਉੱਥੇ ਦੇ ਲੋਕ ਨੇ ਉਹ ਪੀ ਰਹੇ ਨੇ, ਜਿੰਨਾ ਮਰਜ਼ੀ ਫਿਲਟਰਸ ਲਾ ਲੈਣ, ਪਰ ਉਹਨਾਂ ਦੇ ਅੰਦਰ ਉਹ ਪੋਲਿਊਟਿਡ ਵਾਟਰ ਜਾ ਰਿਹਾ। ਹੁਣ ਉੱਥੇ ਬੱਚੇ ਪੈਦਾ ਹੋਣੇ ਬੰਦ ਹੋ ਚੁੱਕੇ ਨੇ ਉਸ ਏਰੀਆ ਦੇ ਵਿੱਚ। ਸੋ ਇਸ ਤਰੀਕੇ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ? ਦਿਸ ਇਜ਼ ਅ ਮੇਜਰ ਕੰਸਰਨ। ਦੇਖੋ ਆਪਾਂ ਕਹਿੰਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਹੁਣ ਪਹਿਲਾਂ ਮੇਲਸ ਤੇ ਹੀ ਆਉਣੀ ਹੈ, ਮੈਂ ਮੇਲ ਮੈਂਬਰਸ ਦਾ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਕੁਐਸਚਨ ਇਹ ਸੀ ਕਿ ਸਟ੍ਰੈਸ, ਓਵਰ ਸਟ੍ਰੈਸ ਹੋ ਚੁੱਕਿਆ, ਵਰਕਲੋਡ ਇੰਨਾ ਹੋ ਚੁੱਕਿਆ ਕਿ
ਖਰਚੇ ਪੂਰੇ ਨਹੀਂ ਹੋ ਰਹੇ ਜੀ, ਬਹੁਤ ਜ਼ਿਆਦਾ ਕਮਾਉਣਾ ਹੈ, ਆਹ ਵੀ ਕਮਾਉਣਾ ਹੈ, ਆਹ ਵੀ ਕੰਮ ਕਰਨਾ ਹੈ, ਦੌੜ ਦੌੜ ਦੌੜ। ਘਰੋਂ ਜਾਂਦੇ ਹੈ ਤਾਂ ਆਫਿਸ ਵਿੱਚ ਸਟ੍ਰੈਸ ਆ ਗਿਆ, ਆਫਿਸ ਤੋਂ ਘਰ ਆਉਂਦੇ ਦੇਖੋ ਘਰਾਂ ਵਿੱਚ 100 ਗੱਲਾਂ ਹੁੰਦੀਆਂ, ਰੀਜ਼ਨ ਕੀ ਹੈ? ਉਹੀ ਦੌੜ ਨੱਠ ਵਾਲੀ ਲਾਈਫ ਹੋ ਗਈ। ਘਰ ਵਿੱਚ ਆਏ ਤੇ ਬੱਚੇ ਨੂੰ ਇਹ ਹੋ ਗਿਆ ਜੀ, ਆਹ ਹੋ ਗਿਆ ਜੀ, ਇਸ ਤਰ੍ਹਾਂ ਹੋ ਗਿਆ, ਚਲੋ ਕੋਈ ਗੱਲ ਨਹੀਂ। ਲੇਕਿਨ ਇੱਕ ਬਹੁਤ ਬੜਾ ਕਾਰਨ ਹੈ एडिक्शन। जो बच्चे आजकल जो यंग बच्चे हैं गलत रास्ते पर चल पे, ड्रग्स लेंदे है, अल्कोहल बहुत छोटी एज ਵਿੱਚ ਸ਼ੁਰੂ ਕਰਦੀ ड्रग्स। ਲੇਕਿਨ ਇਹਦਾ ਜੋ ਸਾਡੇ ਉੱਪਰ ਜਦੋਂ ਬੱਚਿਆਂ ਦੇ ਉੱਪਰ ਇੰਪੈਕਟ ਆਉਂਦਾ ਹੈ, ਇਹਦਾ ਅੱਗੇ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਹੁਤ ਰੇਸ਼ੋ ਵੱਧ ਜਾਣੀ ਇਨਫਰਟੀਲਿਟੀ ਵਾਲੀ, ਬਾਂਝਪਨ ਵਾਲੀ। ਪਰ ਇਹਦੇ ਵਿੱਚ ਕੀ ਹੈ, ਜੋ ਦੇਖੋ ਕੁਛ ਤਾਂ ਚਲੋ ਗਵਰਨਮੈਂਟ ਨੂੰ, ਜਿਸ ਤਰ੍ਹਾਂ ਤੁਸੀਂ ਕਿਹਾ ਗਵਰਨਮੈਂਟ ਨੇ ਇਹ ਸੋਚਿਆ, ਬਹੁਤ ਅੱਛੀ ਗੱਲ ਹੈ, ਉਹਨਾਂ ਨੇ ਕੋਈ ਚੀਜ਼ ਲੱਭੀ ਕਿ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ, ਉਹਨੂੰ ਉਸ ਚੀਜ਼ ਨੂੰ ਦੂਰ ਕੀਤਾ ਜਾ ਸਕਦਾ ਹੈ ਕਿ ਕਿਆ ਰੀਜ਼ਨ ਹੈ। ਉਸ ਪਾਣੀ ਨੂੰ ਜੋ ਹੈ ਉਹ ਮੇਰੇ ਮੈਡੀਕਲ ਨਾਲ ਜੋ ਲਿੰਕ ਮੈਂ ਕਰ ਸਕਦੀ ਹਾਂ ਕਿ ਜੋ ਆਪਾਂ ਖਾਣੇ ਪੀਂਦੇ ਹਾਂ ਜਾਂ ਪਾਣੀ ਪੀ ਰਹੇ ਹਾਂ ਉਹਦਾ ਬੋਡੀ ਪਰਫੈਕਟ ਆ ਰਿਹਾ, ਉਸ ਚੀਜ਼ ਨੂੰ ਦੂਰ ਕੀਤਾ ਜਾਂਦਾ। ਲੇਕਿਨ ਜੋ ਐਡਿਕਸ਼ਨ ਹੋ ਰਹੀ ਹੈ ਸਕੂਲਾਂ ਵਿੱਚ ਛੋਟੀ ਏਜ ਵਿੱਚ, ਉੱਥੇ ਜਾ ਕੇ ਡਰੱਗਸ ਦਿੱਤੇ ਜਾਂਦੇ, ਛੁਪ ਛੁਪ ਕੇ ਕੁਛ ਦਿੱਤੇ ਜਾਂਦੇ, ਕੁਛ ਬੱਚੇ ਦੇਖਾ ਦੇਖੀ ਕਰ ਰਹੇ ਇੱਕ ਦੂਸਰੇ ਨੂੰ, ਇਹ ਲੈ ਰਹੇ ਮੈਂ ਵੀ ਲੈ ਕੇ ਦੇਖਾਂ, ਤਾਂ ਉਹਦਾ ਇਫੈਕਟ ਮੇਲ ਮੈਂਬਰਸ ਦੇ ਉੱਪਰ, ਜੋ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਸਾਨੂੰ ਕੀ ਪ੍ਰੋਬਲਮ ਆ ਗਈ ਹੈ, ਉਹ ਇੰਨਾ ਐਡਿਕਟ ਹੋ ਜਾਂਦੇ ਕਿ ਇਸ ਚੀਜ਼ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਾਨੂੰ ਉਹਨਾਂ ਦੀ ਕਾਉਂਸਲਿੰਗ ਵੀ ਕਰਨੀ ਪੈਂਦੀ ਹੈ, ਉਹਨੂੰ ਸਮਝਾਉਣਾ ਹੀ ਪੈਂਦਾ। ਈਵਨ ਡਰੱਗਸ ਨੂੰ ਹਟਾਉਣ ਲਈ ਕੁਛ ਹਰਬਸ ਹੈ, ਕੁਛ ਆਯੁਰਵੈਦਿਕ ਕੁਛ ਮੈਡੀਸਿਨ ਹੈ ਜਿਨ੍ਹਾਂ ਦਾ ਸਹਾਰਾ ਉਹਨਾਂ ਨੂੰ ਲੈਣਾ ਵੀ ਪੈਂਦਾ ਹੈ। ਲੇਕਿਨ ਕੁਛ ਪੇਸ਼ੈਂਟ ਕਾਉਂਸਲਿੰਗ ਨਾਲ ਵੀ ਠੀਕ ਹੋ ਜਾਂਦੇ ਹੈ। ਸਾਡੇ ਬਹੁਤ ਸਾਰੇ ਪੇਸ਼ੈਂਟ ਹੈ, ਯੰਗ ਬੱਚੇ ਹੈ, ਉਹਨਾਂ ਨੂੰ ਮੈਂ ਕਾਉਂਸਲਿੰਗ ਨਾਲ ਵੀ ਠੀਕ ਕੀਤਾ, ਲੇਕਿਨ ਕੁਛ ਨੂੰ ਮੈਡੀਸਿਨ ਬਹੁਤ ਜ਼ਿਆਦਾ ਹੋ ਜਾਂਦਾ, ਦੇਣੀ ਵੀ ਪੈਂਦੀ ਹੈ, ਪਰ ਉਹ ਠੀਕ ਹੋ ਜਾਂਦੇ। ਸੋ ਆਯੁਰਵੇਦਾ ਦੇ ਵਿੱਚ ਇਨਫਰਟੀਲਿਟੀ ਦਾ ਇਲਾਜ ਹੈ, ਬਹੁਤ ਅੱਛਾ, ਕਿਉਂਕਿ ਅਸੀਂ ਹਰ ਨੁੱਕੜ ਤੇ ਅੱਜ ਦੇ ਸਮੇਂ ਦੇ ਵਿੱਚ, ਖਾਸ ਕਰਕੇ ਮੈਂ ਪੰਜਾਬ ਦਾ ਜ਼ਿਕਰ ਕਰਦੀ ਹਾਂ, ਦੁਆਬਾ ਏਰੀਆ ਆਪਣਾ, ਹੁਣ ਤਾਂ ਮਾਲਵਾ ਵੀ ਭਰ ਗਿਆ, IVF ਸੈਂਟਰਸ ਦੇ ਨਾਲ ਭਰਿਆ ਹੋਇਆ ਜੀ। ਸੋ ਕਿਤੇ ਨਾ ਕਿਤੇ ਚੀਜ਼ਾਂ ਬਹੁਤ ਜ਼ਿਆਦਾ ਇਫੈਕਟਡ ਹੋ ਚੁੱਕੀਆਂ ਨੇ, ਐਸੇ ਕਰਕੇ ਹਰ ਗਲੀ ਦੇ ਵਿੱਚ, ਹਰ ਮਾਰਕੀਟ ਦੇ ਵਿੱਚ 2 ਤਾਂ IVF ਸੈਂਟਰਸ ਖੁੱਲੇ ਹੀ ਹੋਏ ਜੀ। ਕਿਉਂਕਿ ਦੇਖੋ ਸ਼ਾਦੀ ਹੁੰਦੀ ਹੈ, ਜਦੋਂ ਇੱਕ ਹਸਬੈਂਡ ਵਾਈਫ ਹੈ, ਜਦ 1 ਸਾਲ ਤੱਕ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹੈ ਕਿ ਸਾਡੀ ਪ੍ਰੈਗਨੈਂਸੀ ਹੋ ਜਾਏ, 1 ਸਾਲ ਤੱਕ ਬੇਬੀ ਨਹੀਂ ਹੋ ਰਿਹਾ, ਪ੍ਰੈਗਨੈਂਸੀ ਨਹੀਂ ਹੋ ਰਹੀ, ਇਟ ਮੀਨਸ ਉਹਨੂੰ ਆਪਾਂ ਇਨਫਰਟੀਲਿਟੀ ਵਰਡ ਯੂਜ਼ ਕਰਾਂਗੇ। ਇਟ ਡਜ਼ਨਟ ਮੀਨ ਕਿ 1 ਈਅਰ, 1 ਸਾਲ ਦੇਣਾ ਪੈਂਦਾ। 1 ਸਾਲ ਤੋਂ ਪਹਿਲਾਂ ਕੁਝ ਉਸਨੂੰ ਇਨਫਰਟੀਲਿਟੀ ਡਾਇਗਨੋਸ ਨਹੀਂ ਹੁੰਦੀ। ਕਿਉਂ? ਉਹਦੇ ਵਿੱਚ ਬਹੁਤ ਕਾਰਨ ਹੁੰਦੇ ਆ। ਬਾਈ ਚਾਂਸ ਹਸਬੈਂਡ ਕਿਤੇ ਹੋਰ ਜੌਬ ਕਰ ਰਹੇ ਹੈ, ਵਾਈਫ ਨਹੀਂ ਮਿਲ ਪਾਉਂਦੀ ਪ੍ਰੋਪਰ, 1 ਸਾਲ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਹੁੰਦੀ, ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਨੂੰ ਡਾਇਗਨੋਸ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਆਯੁਰਵੇਦਾ, ਅਕੋਰਡਿੰਗ ਟੂ ਆਯੁਰਵੇਦਾ ਲੈਂਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਪ੍ਰਕਿਰਤੀ ਦੇਖਦੇ ਹਾਂ ਪੇਸ਼ੈਂਟ ਦੀ, ਹਸਬੈਂਡ ਵਾਈਫ ਦੋਨਾਂ ਦੀ, ਕਿ ਕਿਆ ਪ੍ਰਕਿਰਤੀ ਹੈ, ਕਿਆ ਕਾਰਨ ਹੈ, ਲਾਈਫਸਟਾਈਲ ਕਿਆ ਹੈ, ਪੇਸ਼ੈਂਟ ਦੀ ਕਿੱਥੇ ਸਾਡੇ ਐਲੀਮੈਂਟਸ ਆ ਬੋਡੀ ਵਿੱਚ, ਕਿੱਥੇ ਚੇਂਜਸ ਆ ਗਈਆਂ। ਆਪਣੇ ਆਯੁਰਵੇਦਾ ਨਾਲ ਉਹਨੂੰ ਐਲੀਮੈਂਟਸ ਕਹਿੰਦੇ ਆ, ਲੇਕਿਨ ਅਕੋਰਡਿੰਗ ਟੂ ਜੈਸੇ ਐਲੋਪੈਥੀ ਨਾਲ ਚੱਲੀਏ ਤਾਂ ਉਹਨੂੰ ਕਹਿੰਦੇ ਹਾਰਮੋਨਸ। ਗੱਲ ਇੱਕੋ ਹੀ ਹੈ, ਮੀਨਿੰਗ ਇੱਕੋ ਹੀ ਹੈ, ਲੇਕਿਨ ਅਸੀਂ ਉਹਨੂੰ ਜੜ ਤੱਕ, ਜਿਸ ਤਰ੍ਹਾਂ ਉਹਦੀ ਪਲਸ ਰੀਡਿੰਗ ਕਰਨੀ, ਉਹ ਜੜ ਤੱਕ ਜਾਣਾ ਕਿ ਫੀਮੇਲਸ ਨੂੰ ਹਾਰਮੋਨਸ ਬਹੁਤ ਹੁੰਦੇ ਆ ਸਾਡੇ ਫੀਮੇਲਸ ਦੇ, ਜੋ ਸਾਡੇ ਬੇਬੀ ਹੋਣ ਹੈ ਉਹਦੇ ਦੇਖਣਾ ਕਿ ਕਿਹੜਾ ਵਾਲਾ ਹਾਰਮੋਨ ਜ਼ਿਆਦਾ ਹੋ ਗਿਆ, ਕਿਹੜਾ ਘੱਟ ਹੋ ਗਿਆ, ਕਿਆ ਰੀਜ਼ਨ ਹੈ, PCOD ਹੈ ਕਿ ਨਹੀਂ ਹੈ, ਅਨਨੋਨ ਰੀਜ਼ਨ ਵੀ ਹੁੰਦੇ ਆ ਸਮਟਾਈਮ, ਸਟ੍ਰੈਸ ਕਰਕੇ ਵੀ ਹੁੰਦਾ। ਅੱਛਾ, ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ, ਇੱਕ ਕਪਲ ਆਉਂਦਾ, 1 ਸਾਲ ਬਾਅਦ ਉਹਨਾਂ ਨੂੰ ਸਟ੍ਰੈਸ ਹੋ ਜਾਂਦਾ, ਉਹ ਕਹਿੰਦਾ ਬੇਬੀ ਨਹੀਂ ਹੋਇਆ, ਪਤਾ ਨਹੀਂ ਆਸ-ਪਾਸ ਹਾਲੇ ਤੱਕ ਤੁਸੀਂ ਨਿਊਜ਼ ਨਹੀਂ ਸੁਣਾਈ, ਕੀ ਗੱਲ ਹੈ, ਹਾਲੇ ਪ੍ਰੈਗਨੈਂਸੀ ਨਹੀਂ ਹੋਈ। ਘਰ ਦਾ ਵੀ ਪ੍ਰੈਸ਼ਰ, ਬਹੁਤ ਪ੍ਰੈਸ਼ਰ, ਦੁਨੀਆ ਦਾ ਪ੍ਰੈਸ਼ਰ, ਘਰਦਿਆਂ ਦਾ ਪ੍ਰੈਸ਼ਰ। ਲੋਕ ਸੁਣ ਕੇ ਇੱਕ ਲੇਡੀ, ਜਦੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹਨੂੰ ਇਹ ਗੱਲਾਂ ਸੁਣ ਕੇ ਸਟ੍ਰੈਸ ਆਉਣ ਲੱਗ ਜਾਂਦਾ ਹੈ। ਐਕਚੁਅਲੀ ਸੁਣਨੀ ਲੇਡੀ ਨੂੰ ਪੈਂਦੀ ਹੈ ਨਾ, ਕਿਉਂਕਿ ਬੰਦੇ ਤੇ ਤਾਂ ਕੋਈ ਵੀ ਕਨੈਕਟ ਨਹੀਂ ਕਰਦਾ, ਨਾ ਉਹਨਾਂ ਦੀ ਫੈਮਿਲੀ, ਨਾ ਕੁੜੀ ਦੀ ਫੈਮਿਲੀ, ਨਾ ਸਮਾਜ। ਤਦ ਮੈਂ ਇੱਕ ਲੇਡੀ ਵਰਡ ਯੂਜ਼ ਕੀਤਾ ਕਿ ਉਹਨੂੰ ਉਹਦੇ ਉੱਪਰ ਜ਼ਿਆਦਾ ਪ੍ਰੈਸ਼ਰ ਆ ਜਾਂਦਾ, ਉਹਨੂੰ ਸਾਰੇ ਏਦਾਂ ਅਹਿਸਾਸ ਕਰਵਾਉਂਦੇ ਜਿੱਦਾਂ ਪਤਾ ਨਹੀਂ ਉਹਦੀ ਗਲਤੀ ਹੈ, ਹਾਂ ਉਹਨੇ ਕੱਲੀ ਨੇ ਜੰਮਣਾ ਹੈ, ਜਾਂ ਉਹਨੂੰ ਹੀ ਪ੍ਰੋਬਲਮ ਹੈਗੀ ਹੈ। ਪਰ ਜ਼ਰੂਰੀ ਨਹੀਂ ਹੈ। ਹਾਂ ਠੀਕ ਹੈ ਕਿ ਦੋਨੋਂ ਨੂੰ ਵੀ ਹੋ ਸਕਦੀ ਹੈ, ਇੱਕ ਨੂੰ ਵੀ ਹੋ ਸਕਦੀ ਹੈ, ਹੋ ਸਕਦਾ ਦੋਨੋਂ ਨੂੰ ਹੋਵੇ, ਸਿਰਫ ਸਟ੍ਰੈਸ ਹੋਵੇ। ਤਾਂ ਇਹ ਸਾਰੀ ਚੀਜ਼ਾਂ ਜੋ ਡਾਕਟਰ ਕੋਲ ਆਉਂਦੇ, ਸਾਡੇ ਕੋਲ ਆਉਂਦੇ, ਅਸੀਂ ਉਹਨਾਂ ਨੂੰ ਸਿਸਟਮੈਟਿਕਲੀ ਪਹਿਲਾਂ ਉਹਨਾਂ ਦਾ ਐਨਾਲਾਈਜ਼ ਕਰਦੇ ਹਾਂ ਕਿ ਇੱਕ ਮੇਲ ਮੈਂਬਰਸ ਹੁੰਦੇ, ਉਹਨਾਂ ਦਾ 1 ਜਾਂ 2 ਟੈਸਟ ਹੁੰਦੇ ਜੋ ਅਸੀਂ ਕਰਦੇ ਹਾਂ। ਫੀਮੇਲਸ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਸਾਨੂੰ ਟੈਸਟ ਕਰਵਾਉਣੇ ਪੈਂਦੇ ਆ, ਸਕੈਨ ਕਰਵਾਉਣਾ ਪੈਂਦਾ, ਐਵਰੀਥਿੰਗ, ਬਹੁਤ ਕੁਛ। ਫਿਰ ਅਸੀਂ ਐਨਾਲਾਈਜ਼ ਕਰਦੇ ਹਾਂ ਕਿਸ ਨੂੰ ਕੀ ਪ੍ਰੋਬਲਮ ਹੈ, ਉਹਦੇ ਫਿਰ ਅਸੀਂ ਮੈਡੀਸਿਨ ਸ਼ੁਰੂ ਕਰਦੇ ਹਾਂ। ਤਾਂ ਲੋਕਾਂ ਨੂੰ ਇੱਦਾਂ ਲੱਗਦਾ ਹੈ, ਮੇਲ ਮੈਂਬਰ ਸਾਡੇ ਕੋਲ ਆਉਂਦੇ, ਦੇਖੋ ਸਾਰੇ ਜੋ ਮੇਲ ਮੈਂਬਰਸ ਇੱਕ ਜੈਸੇ ਨਹੀਂ ਹੁੰਦੇ, ਪਰ ਜ਼ਿਆਦਾਤਰ ਹੁੰਦਾ ਹੈ ਕਿ ਈਗੋ ਹੁੰਦੀ ਹੈ ਕਿ ਅਸੀਂ ਤਾਂ ਠੀਕ ਹੈ ਜੀ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ।
ਹੁਣ ਤਾਂ ਚੇਂਜਸ ਖੈਰ ਕਾਫੀ ਚੇਂਜਸ ਆ ਗਏ, ਪਹਿਲਾਂ ਜ਼ਿਆਦਾ ਹੁੰਦਾ ਸੀ ਪਰ ਹਲੇ ਵੀ ਕੁਝ ਮੇਬਸ। ਡਾਕਟਰ ਸਾਹਿਬ ਇਹ ਦੇਖੋ ਜੀ, ਇਹਨੂੰ ਕੀ ਗੱਲ ਹੈ, ਪਤਾ ਨਹੀਂ ਕੀ ਗੱਲ ਹੈ ਜੀ, ਬੱਚਾ ਨਹੀਂ ਹੋ ਰਿਹਾ। ਮੈਂ ਕਿਹਾ ਦੇਖੋ ਬੱਚਾ ਨਹੀਂ ਹੋ ਰਿਹਾ, ਦੋਨਾਂ ਦਾ ਨਹੀਂ ਹੋ ਰਿਹਾ, ਤੁਸੀਂ ਇਹ ਵਰਡ ਚੂਜ਼ ਕਰੇ, ਇਹਦੇ ਬੱਚਾ ਨਹੀਂ ਹੋ ਰਿਹਾ, ਏਦਾਂ ਕਿਉਂ ਕਰ ਰਿਹਾ? ਤੁਸੀਂ ਵੀ ਟੈਸਟ ਕਰਵਾਓ, ਇਹਨਾਂ ਦਾ ਵੀ ਕਰਾਂਗੇ, ਪਹਿਲਾਂ ਤੁਹਾਡਾ ਕਰੂੰਗੀ ਮੈਂ, ਕਿਉਂਕਿ ਤੁਹਾਡਾ ਇੱਕੋ ਹੀ ਹੈ, ਖਰਚਾ ਨਹੀਂ ਹੋਣਾ ਚਾਹੀਦਾ। ਲੇਡੀਜ਼ ਦੇ ਥੋੜਾ ਜਿਹਾ ਜ਼ਿਆਦਾ ਨੈਚੁਰਲ ਕੋਈ ਕਰਵਾਉਣਾ ਪੈਂਦਾ, ਤੁਹਾਡਾ ਇੱਕ ਸਾਈਡ ਰੱਖ ਦਿੰਦੇ ਆ, ਤੁਸੀਂ ਠੀਕ ਹੋ ਸਭ ਕੁਝ, ਤੁਸੀਂ ਸਾਈਡ ਹੋ ਜਾਓ, ਕੋਈ ਗੱਲ ਨਹੀਂ, ਫਿਰ ਫੀਮੇਲਸ ਦਾ ਟ੍ਰੀਟਮੈਂਟ ਪਾ ਕਰਾਂਗੇ। ਇਹ ਜਿਹੜਾ ਪ੍ਰੈਸ਼ਰ ਹੈ ਨਾ, ਪ੍ਰੈਸ਼ਰ ਵੀ ਇੱਕ ਬਹੁਤ ਬੜਾ ਕਾਰਨ ਇਨਫਰਟੀਲਿਟੀ, ਨੋ ਡਾਊਟ, ਨੋ ਡਾਊਟ, ਅਨਨੋਨ ਰੀਜ਼ਨ ਹੋ ਜਾਂਦਾ, ਕੁਝ ਪ੍ਰੋਬਲਮ ਹੀ ਨਹੀਂ ਹੈ, ਪਰ ਉਹ ਪ੍ਰੈਸ਼ਰ ਕਰਕੇ ਨਹੀਂ ਹੋ ਰਿਹਾ। ਹਾਈ ਮੈਨੂੰ ਪਤਾ ਨਹੀਂ ਕਿ ਸੋਚੀ ਜਾਣਗੇ, ਰਾਤ ਨੂੰ ਨੀਂਦ ਨਹੀਂ ਆਉਂਦੀ, ਦੇਖੋ ਤੁਸੀਂ ਨੀਂਦ ਨਹੀਂ ਆਏਗੀ, ਫਿਰ ਉਹੀ ਗੱਲ, ਸਾਰਾ ਟੌਪਿਕ ਦੁਬਾਰਾ ਫਿਰ ਹਾਰਮੋਨਸ ਦੇ ਉੱਪਰ। ਅੱਛਾ, ਕਿਤੇ ਨਾ ਕਿਤੇ ਮੈਂ ਤੁਹਾਡੇ ਤੋਂ ਜਾਨਣਾ ਚਾਹਨੀ ਹਾਂ ਕਿ ਏਜ ਮੈਟਰ ਕਰਦੀ ਹੈ, ਕਿਉਂਕਿ ਸਾਡੇ ਟਾਈਮ ਤੇ ਦਾਦੀਆਂ ਨਾਨੀਆਂ ਜਿਵੇਂ ਕਹਿੰਦੀਆਂ ਹੁੰਦੀਆਂ ਸੀ ਕਿ 24-25 ਸਾਲ ਦੀ ਉਮਰ ਤੱਕ ਵਿਆਹ ਹੋਣ ਜਾਣਾ ਚਾਹੀਦਾ ਹੈ, ਕੁੜੀਆਂ ਦਾ 22 ਉਮਰ ਹੋਵੇ, 23 ਉਮਰ ਹੋਵੇ, ਮੁੰਡਿਆਂ ਦੀ ਵੱਧ ਤੋਂ ਵੱਧ 26 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਕਿ ਵਿਆਹ ਹੋ ਜਾਏ ਤੇ ਅੱਗੋਂ ਫੈਮਿਲੀ ਸੁਖੀ ਪਰਿਵਾਰ ਅੱਗੇ ਚੱਲਦਾ ਰਹੇ। ਹੁਣ ਏਜ ਜ਼ਿਆਦਾ ਹੋਣ ਲੱਗੀ, 35-35, 36-36, 38-38 ਸਾਲ ਦੀ ਕੁੜੀਆਂ ਵਿਆਹ ਨਹੀਂ ਕਰ ਰਹੀਆਂ, ਹੈ ਨਾ, ਮੁੰਡਿਆਂ ਦੀ ਏਜ ਉਨੀ ਵੱਧਦੀ ਜਾ ਰਹੀ। ਕੀ ਇਹ ਚੀਜ਼ਾਂ ਕਿਤੇ ਨਾ ਕਿਤੇ ਹੈਗੀਆਂ ਇਫੈਕਟ ਕਰ ਰਹੀਆਂ? ਬਿਲਕੁਲ ਹੈਗੀਆਂ ਜੀ, ਏਜ ਫੈਕਟਰ ਦਾ ਸੱਚਮੁੱਚ ਇਫੈਕਟ ਹੁੰਦਾ ਹੈ। ਏਜ ਦੇ ਵਿੱਚ ਕੀ ਹੁੰਦਾ, ਜਦੋਂ ਬਿਫੋਰ 30 ਮੇਲ ਹੋ ਫੀਮੇਲ ਹੋ, ਜੋ ਹਾਰਮੋਨਸ ਹੁੰਦੇ ਆ ਫੀਮੇਲਸ ਦਾ, ਜੋ ਓਵਾ ਹੈ, ਜੋ ਬੀਜ ਨੂੰ ਆਪਾਂ ਪੰਜਾਬੀ ਚ ਬੀਜ ਕਹਿੰਦੇ ਆ, ਜੋ ਜਿੰਨਾ ਬੱਚਾ ਪੈਦਾ ਹੁੰਦਾ ਉਹ ਬਹੁਤ ਸਟਰੋਂਗ ਹੁੰਦਾ, ਉਹਦੇ ਵਿੱਚ ਬਹੁਤ ਤਾਕਤ ਜ਼ਿਆਦਾ ਹੁੰਦੀ ਹੈ, ਕੈਪੈਸਿਟੀ ਜ਼ਿਆਦਾ ਹੁੰਦੀ ਹੈ। ਲੇਕਿਨ ਜੋ ਮੇਲ ਮੈਂਬਰ ਹੈ ਉਹਨਾਂ ਦੇ ਵਿੱਚ ਸੇਮ ਚੀਜ਼ ਹੁੰਦੇ, ਸਪਰਮਸ ਹੁੰਦੇ 35 ਤੋਂ ਨੀਚੇ, ਥੋੜਾ ਜਿਹਾ 5 ਸਾਲ ਦਾ ਫਰਕ ਹੁੰਦਾ ਹੈ, 35 ਮੈਕਸਿਮਮ 35 ਤੱਕ, ਉਸ ਤੋਂ ਬਾਅਦ ਉਹਨਾਂ ਦੇ ਵੀਕ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਤਾਂ ਇਹ ਦਾਦੀਆਂ ਨਾਨੀਆਂ ਐਵੇਂ ਨਹੀਂ ਕਹਿੰਦੀਆਂ ਸੀ, ਮਤਲਬ ਦਿਸ ਇਜ਼ ਸਾਇੰਟਿਫਿਕ ਰੀਜ਼ਨ ਹੈ, ਉਹਨਾਂ ਨੂੰ ਨਹੀਂ ਪਤਾ ਸੀ ਸਾਇੰਟਿਫਿਕ ਰੀਜ਼ਨ ਹੈ, ਉਹ ਅਨਪੜ੍ਹ ਜ਼ਰੂਰ ਸੀਗੇ, ਜ਼ਿਆਦਾ ਐਜੂਕੇਟਿਡ ਨਹੀਂ ਸੀ, ਲੇਕਿਨ ਉਹਨਾਂ ਨੂੰ ਪਤਾ ਸੀ ਕਿ ਏਦਾਂ ਹੀ ਹੋਣਾ ਚਾਹੀਦਾ ਹੈ। ਕਿਉਂਕਿ ਅੱਜ ਦੀ ਜਨਰੇਸ਼ਨ ਤਾਂ ਕਹਿੰਦੇ ਨੇ ਕਿ ਤੁਹਾਡੇ ਵਿਆਹ ਤਾਂ 14 ਸਾਲ ਦੀ 16 ਸਾਲ ਦੀ ਉਮਰ ਚ ਹੋ ਗਈ, ਤੁਸੀਂ ਤਾਂ ਏਦਾਂ ਹੀ ਕਹਿਣਾ ਹੈ। ਹਾਂਜੀ, ਹੁਣ ਦੇਖੋ ਇੱਕ ਲੜਕੀ ਹੈ, ਉਹ ਜੌਬ ਕਰ ਰਹੀ ਹੈ, ਉਹ 28 ਜਾਂ 26 ਏਜ ਵਿੱਚ ਉਹ ਜੌਬ ਕਰਨੀ ਸ਼ੁਰੂ ਕਰਦੀ ਹੈ, ਉਹ ਕਹਿੰਦੀ ਨਹੀਂ ਜੀ 5 ਸਾਲ ਮੈਂ ਸੈੱਟ ਹੋ ਜਾ, ਮੇਰੀ ਪ੍ਰਮੋਸ਼ਨ ਰੁਕ ਜਾਏਗੀ। ਅਗਰ ਮੰਨ ਲਓ ਸ਼ਾਦੀ ਹੋ ਵੀ ਗਈ, ਸ਼ਾਦੀ ਤੋਂ ਬਾਅਦ ਪਲਾਨ ਨਹੀਂ ਕਰਦੇ, ਉਹ ਕਹਿੰਦੇ ਹਾਰਮੋਨਸ ਖਾ ਲੈਂਦੇ, ਡਾਕਟਰ ਕੋਲ ਜਾਂਦੇ, ਸਾਡੇ ਬੇਬੀ ਪਿਲਸ ਖਾ ਲੈਂਦੇ, ਸਭ ਬਹੁਤ, ਇਹ ਵੀ ਬਹੁਤ ਬੜਾ ਰੀਜ਼ਨ ਹੈ ਕਿ ਅਸੀਂ ਹਾਲੇ 1.5-2 ਸਾਲ ਫੈਮਿਲੀ ਪਲਾਨ ਨਹੀਂ ਕਰਨਾ। ਉਹ ਫੈਮਿਲੀ ਪਲਾਨ ਐਸੀ ਕੀਤੀ ਕਿ ਸਾਰੀ ਜ਼ਿੰਦਗੀ ਵਾਸਤੇ ਫੈਮਿਲੀ ਪਲਾਨ ਹੋ ਜਾਂਦੀ ਹੈ ਉਹਨਾਂ ਦੀ। ਪਰ ਅਸੀਂ ਸਮਝਾਉਂਦੇ ਹਾਂ, ਪਰ ਬੱਚੇ ਸੋਚਦੇ ਆ ਕਿ ਨਹੀਂ ਚਲੋ ਡਾਕਟਰ ਹੈ, ਚਲੋ ਕੋਈ ਕਹਿੰਦੇ ਹੁੰਦੇ ਆ, ਸਾਨੂੰ ਬਹੁਤ ਮੁਸ਼ਕਿਲ ਹੈ ਜੀ, ਅਸੀਂ ਹਾਲੇ ਪੈਸੇ ਇਕੱਠੇ ਕਰਨੇ, ਅਸੀਂ ਹਾਲੇ ਸੈੱਟ ਹੋਣਾ। ਇਹ ਰੀਜ਼ਨ ਜੇ ਤੁਸੀਂ ਦੱਸਿਆ ਏਜ ਫੈਕਟਰ, ਇਹ ਵਾਕਈ ਹੀ ਇਹਦਾ ਬਿਫੋਰ ਇਟ ਵਰਕਸ। ਬਾਅਦ ਵਿੱਚ ਅਸੀਂ ਟੈਸਟ ਕਰਵਾਉਂਦੇ ਹਾਂ, ਨਹੀਂ ਓਵਾ ਹੁਣ ਵੀਕ ਹੋ ਗਿਆ ਜੀ, ਹੁਣ ਉਹਦੀ ਮੈਡੀਸਿਨ ਖਾਓ, ਹੁਣ ਉਹ ਜ਼ਿਆਦਾ ਤੁਹਾਡੇ ਸਪਰਮਸ ਘੱਟ ਗਏ ਜੀ, ਹੁਣ ਇਹਦੀ ਜਿਹੜੀ ਹੈਗੀ ਕੈਪੈਸਿਟੀ ਘੱਟ ਰਹੀ ਹੈ ਜੀ, ਉਹਦੀ ਮੈਡੀਸਿਨ ਖਾਓ। ਕਿਉਂ ਖਾਓ? ਟਾਈਮ ਤੇ ਮੈਰਿਜ ਕਰੋ, ਟਾਈਮ ਤੇ ਪਲਾਨ ਕਰੋ, ਕੋਈ ਗੱਲ ਨਹੀਂ, ਅਗਰ ਬੇਬੀ ਹੋ ਗਿਆ 1-2 ਸਾਲ ਕੋਈ ਗੱਲ ਨਹੀਂ, ਉਸ ਤੋਂ ਬਾਅਦ ਤੁਸੀਂ ਫ੍ਰੀ ਹੋ। ਮੈਂ ਤਾਂ ਹੀ ਸਮਝਾਣੀ ਹੈ ਸਾਰਿਆਂ ਨੂੰ, ਪੇਸ਼ੈਂਟਸ ਨੂੰ, ਕਿ ਫਿਰ ਕੀ ਹੋ ਗਿਆ ਬੇਟਾ, ਸ੍ਰਿਸ਼ਟੀ ਦੇ ਨਿਯਮ ਨੂੰ ਅਸੀਂ ਬਦਲ ਰਹੇ ਹੋ, ਨਹੀਂ ਬਦਲਣਾ ਚਾਹੀਦਾ, ਨਹੀਂ ਬਦਲਣਾ। ਸਾਡੇ ਪਰਸਨਲ ਪੇਸ਼ੈਂਟ ਟੱਚ ਕਰਦੇ ਆ ਤਾਂ ਉਹਨੂੰ ਸਮਝਾਇਆ ਜਾਂਦਾ, ਬਟ ਕੁਛ 50% ਸਮਝ ਜਾਂਦੇ, 50% ਆਪਣੀ ਮਰਜ਼ੀ ਵੀ ਕਰਦੇ ਆ। ਤਾਂ ਇਹ ਬਹੁਤ ਚੀਜ਼ਾਂ ਹੈਗੀਆਂ ਜੋ ਅੱਜ ਕੱਲ੍ਹ, ਇਹ ਤੁਸੀਂ ਕੁਐਸਚਨ ਕੀਤਾ ਬਹੁਤ ਬੜਾ ਇਹ ਹੈ ਕਿ ਏਜ ਫੈਕਟਰ ਹੈ। ਇਟ ਮੈਟਰਸ, ਹੈ ਨਾ, ਇਟ ਮੈਟਰਸ। ਇੱਕ ਨਾ ਡਾਕਟਰ ਸਾਹਿਬ ਹੋਰ ਮੇਜਰ ਕੰਸਰਨ ਹੈ, ਅਸੀਂ ਬਾਂਝਪਨ ਦਾ, ਇਨਫਰਟੀਲਿਟੀ ਦਾ ਜ਼ਿਕਰ ਕਰਦੇ ਹਾਂ, ਸਭ ਤੋਂ ਜ਼ਿਆਦਾ ਮੇਜਰ ਕੰਸਰਨ ਮੈਂ ਕਹਾਂਗੀ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਵੀ ਸਟ੍ਰੈਸ ਅਸੀਂ ਵੇਖਦੇ ਹਾਂ, ਭਾਵੇਂ ਉਹ ਪੜ੍ਹਾਈਆਂ ਦਾ ਬਰਡਨ ਹੋ ਗਿਆ ਜਾਂ ਕੁਝ ਵੀ ਪਹਿਲਾਂ ਵੀ ਹੁੰਦਾ ਸੀ, ਪਰ ਅੱਜ ਅਸੀਂ ਉਹਨੂੰ ਸਟ੍ਰੈਸ ਦਾ ਨਾਂ ਦੇ ਰਹੇ, ਔਰ ਵੱਡੇ ਜਿੰਨੇ ਹੁੰਦੇ ਜਾ ਰਹੇ ਆ, ਸਾਰਿਆਂ ਨੂੰ ਡਿਫਰੈਂਟ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਸਟੋਰੀ ਚੱਲ ਰਹੀ ਹੈ। ਪਰ ਕਾਰਨ ਕੀ ਨੇ? ਮੈਂ ਪਹਿਲਾਂ ਦੋਨੋਂ ਡੈਫੀਨੇਸ਼ਨਸ ਦੇ ਵਿੱਚ ਨਾ ਅੰਤਰ ਜਾਨਣਾ ਚਾਹਾਂਗੀ ਤੁਹਾਡੇ ਕੋਲ, ਡਾਕਟਰੀ ਭਾਸ਼ਾ ਦੇ ਵਿੱਚ। ਵਾਟ ਇਜ਼ ਦ ਡਿਫਰੈਂਸ ਬਿਟਵੀਨ ਹਾਰਟ ਅਟੈਕ ਐਂਡ ਕਾਰਡਿਕ ਅਰੈਸਟ? ਕਿਉਂਕਿ ਅੱਜ ਅਸੀਂ ਨਾ ਦੇ ਰਹੇ ਹਾਂ ਕਾਰਡਿਕ ਅਰੈਸਟ। ਜਿੰਨੀ ਯੰਗਸਟਰਸ ਦੀ ਡੈਥ ਹੋ ਰਹੀ ਹੈ 40 ਤੋਂ ਥੱਲੇ ਨਾਮ ਹੀ ਦਿੱਤਾ ਜਾਂਦਾ ਕਿ ਇਟ ਵਾਸ ਕਾਰਡਿਕ ਅਰੈਸਟ, ਕਿਉਂਕਿ ਪਤਾ ਹੀ ਨਹੀਂ ਚੱਲ ਰਿਹਾ, ਇਨਸਟੈਂਟ ਅਟੈਕ, ਦ ਸਾਇਲੈਂਟ ਅਟੈਕ ਐਂਡ ਦ ਡੈਥ। यस देखो, जो अरेस्ट कार्डिक अरेस्ट है जनरली, वैसे अटैक जो होता है आजकल जो टीनेजर्स ਵਿੱਚ ਵੀ ਹੋਣਾ ਲੱਗ ਗਿਆ, ਇਹਦਾ ਵੀ ਇੱਕ ਮੇਨ ਰੀਜ਼ਨ ਹੈ ਡਰੱਗਸ, ਅਲਕੋਹਲ। ਠੀਕ ਹੈ, ਉਹ ਛੋਟੀ ਏਜ ਵਿੱਚ ਬੱਚੇ ਅਲਕੋਹਲ ਲੈ ਰਹੇ ਹੈ ਜਾਂ ਡਰੱਗਸ ਲੈ ਰਹੇ ਹੈ, ਉਹਦਾ ਸਾਡੇ ਹਾਰਟ ਦੇ ਉੱਪਰ ਡਾਇਰੈਕਟ ਇਫੈਕਟ ਪੈਂਦਾ ਹੈ। ਸੈਕਿੰਡ ਕੀ ਹੁੰਦਾ, ਉਹ ਅਗਰ ਤੁਹਾਨੂੰ ਨਹੀਂ ਮਿਲ ਰਹੀ, ਡਰੱਗਸ ਨਹੀਂ ਮਿਲ ਰਹੀਆਂ, ਜਾਂ ਘਰ ਦੇ ਪਰਿਵਾਰ ਤਰਫੋਂ ਤੁਹਾਨੂੰ ਪ੍ਰੈਸ਼ਰ, ਉਹਨੂੰ ਪਤਾ ਚੱਲ ਗਿਆ, ਤਾਂ ਛੁਪ ਕੇ ਜਾਣਾ, ਉਹ ਸਟ੍ਰੈਸ ਲੈਣਾ ਦਿਮਾਗ ਵਿੱਚ,
ਸਟੱਡੀ ਦਾ ਸਟ੍ਰੈਸ ਇੰਨਾ ਜ਼ਿਆਦਾ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਹਾਂ ਕਿ ਸਟੱਡੀ ਦਾ ਬੱਚੇ ਨੂੰ ਸਟ੍ਰੈਸ ਹੈ, ਠੀਕ ਹੈ ਸਟੱਡੀ ਹੈ, ਲੇਕਿਨ ਫਿਰ ਵੀ ਮੈਨੇਜੇਬਲ ਹੈ, ਕਦੀ ਗੱਲ ਨਹੀਂ ਹੈ। ਲੇਕਿਨ ਜੋ ਗਲਤ ਰਸਤੇ ਤੇ ਚੱਲਣਾ, ਐਡਿਕਸ਼ਨ ਹੋਣੀ, ਅਲਕੋਹਲ ਲੈਣਾ ਜਾਂ ਕੋਈ ਡਰੱਗਸ ਲੈਣਾ, ਜਾਂ ਇੱਦਾਂ ਦਾ ਪ੍ਰੈਸ਼ਰ ਆ ਜਾਣਾ ਤੁਸੀਂ ਤਾਂ ਡਾਕਟਰ ਬਣਨਾ ਹੈ ਬੜੇ ਹੋ ਕੇ, ਤੁਸੀਂ ਤਾਂ ਇਹ ਬਣਨਾ ਹੈ, ਤੁਸੀਂ ਇੰਨੇ ਨੰਬਰ ਲੈਣੇ ਆ, ਉਹ ਪ੍ਰੈਸ਼ਰ ਵੀ ਕੰਪੀਟੀਸ਼ਨ ਦੇ ਵਿੱਚ। ਕਿਉਂਕਿ ਹੁਣ 99% ਜੋ ਪਰਸੈਂਟੇਜ ਉਹਨੂੰ ਵੀ ਕਹਿੰਦੇ ਠੀਕ ਹੈ normal, it's normal these days, ਨੋਰਮਲ ਠੀਕ ਹੈ ਚੱਲਿਆ ਬਸ ਠੀਕ ਹੈ, ਕਿਉਂਕਿ ਬਹੁਤ ਸਾਰੇ ਬੱਚਿਆਂ ਦੇ 99% ਆ ਰਹੀ ਹੈ। ਐਗਜ਼ੈਕਟਲੀ, ਇਹ ਵੀ ਇੱਕ ਬਹੁਤ ਬੜਾ ਰੀਜ਼ਨ ਹੈ। ਕਿਉਂ ਬੱਚਾ ਅੰਦਰ ਹੀ ਅੰਦਰ ਜੋ ਐਡਿਕਸ਼ਨ ਨਹੀਂ ਕਰ ਰਿਹਾ, ਉਹ ਇੱਕ ਸਾਈਡ ਤੇ ਰੱਖ ਦੋ, ਉਹ ਇਸ ਚੀਜ਼ ਨੂੰ ਲੈ ਲੇਗਾ ਕਿ ਅੱਛਾ ਮੇਰਾ ਪਤਾ ਨਹੀਂ ਐਡਮਿਸ਼ਨ ਹੋਏਗੀ, ਪਤਾ ਨਹੀਂ ਕਿੱਦਾਂ ਹੋਏਗਾ, ਮੇਰਾ ਬੈਸਟ ਕਾਲਜ ਮਿਲੇਗਾ। ਅਗਰ ਕਾਲਜ ਮਿਲ ਗਿਆ ਬੈਸਟ ਕਾਲਜ ਮਿਲੇਗਾ, ਨਹੀਂ ਮਿਲੇਗਾ ਬੈਸਟ ਕਾਲਜ ਮਿਲ ਗਿਆ, ਉੱਥੇ ਜਾ ਕੇ ਅੱਛੇ ਰਸਤੇ ਪੈ ਰਿਹਾ ਕਿ ਗਲਤ ਰਸਤੇ ਪੈ ਰਿਹਾ। ਸੋ ਮੈਨੀ ਰੀਜ਼ਨਸ। ਸੋ ਇਹ ਰੀਜ਼ਨ ਹੈ ਸਾਡੇ ਹਾਰਟ ਦੇ ਉੱਪਰ ਜਿਹੜਾ ਲੋਡ ਪੈ ਰਿਹਾ ਬੱਚਿਆਂ ਦੇ ਛੋਟੀ ਏਜ ਦੇ ਵਿੱਚ ਪੈ ਰਿਹਾ। ਤਾਂ ਨੈਚੁਰਲੀ ਉਹਨਾਂ ਨੂੰ ਜੋ 20 ਸਾਲ ਬਾਅਦ 25 ਸਾਲ ਬਾਅਦ ਜਾਂ 30 ਦੇ ਆਸ-ਪਾਸ ਅਰੈਸਟ ਹੁੰਦਾ ਹੈ ਜਾਂ ਅਟੈਕ ਹੋ ਜਾਂਦਾ ਹੈ। ਅਟੈਕ ਦੇ ਵਿੱਚ ਵੀ ਇਹੀ ਰੀਜ਼ਨ ਹੁੰਦੇ ਹੈ ਕਿ ਸਟ੍ਰੈਸ ਬਹੁਤ ਜ਼ਿਆਦਾ। ਉਸ ਮੇਨ ਅਟੈਕ ਦਾ ਹੁੰਦਾ ਬਲੋਕੇਜ, ਤਾਂ ਤੁਸੀਂ ਕਿਹਾ ਡਾਕਟਰੀ ਬਟ ਭਾਸ਼ਾ ਉਹਦਾ ਜਿੱਦਾਂ ਹਾਰਟ ਅਟੈਕ ਵਿੱਚ ਪਤਾ ਚੱਲਦਾ ਨਾ, ਹੁਣ ਹਾਂ। ਆਪਾਂ 40 ਤੋਂ ਥੱਲੇ ਦੇਖ ਰਹੇ ਹਾਂ, ਆਏ ਦਿਨ ਅਸੀਂ ਦੇਖ ਰਹੇ ਹਾਂ ਨਾ। ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ, ਪਿਛਲੇ 1 ਮਹੀਨੇ ਦੇ ਦੌਰਾਨ ਮੇਰੇ 2 ਫਰੈਂਡਸ ਯੰਗ ਏਜ ਦੇ ਵਿੱਚ ਉਹ ਗਏ ਹੈ, ਐਂਡ ਦ ਡਾਕਟਰ ਗੇਵ ਦ ਰੀਜ਼ਨ ਕਾਰਡਿਕ ਅਰੈਸਟ। ਮਤਲਬ 35 ਸਾਲ 34 ਸਾਲ ਦੀ ਉਮਰ, ਐਂਡ ਦ ਰੀਜ਼ਨ ਵਾਸ ਕਾਰਡਿਕ ਅਰੈਸਟ। ਸੋ ਮੈਂ ਜਾਣਨਾ ਚਾਹੁੰਦੀ ਹਾਂ, ਵਾਟ ਇਜ਼ ਕਾਰਡਿਕ ਅਰੈਸਟ? ਕੀ ਉਸ ਤੋਂ ਪਹਿਲਾਂ ਸਾਡੀ ਬਾਡੀ ਕੋਈ ਸਾਈਨ ਦਿੰਦੀ ਹੈ? ਅਸੀਂ ਅਕਸਰ ਕਹਿੰਦੇ ਹਾਂ ਜਦ ਅਸੀਂ ਬਿਮਾਰ ਵੀ ਹੋਣ ਲੱਗਦੇ ਹਾਂ, ਬੁਖਾਰ ਹੋਣ ਲੱਗੇ, ਫਲੂ ਹੋਣ ਲੱਗੇ, ਕੋਲਡ ਸ਼ੁਰੂ ਹੋ ਜਾਂਦਾ ਹੈ, ਬਾਡੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਨਾ, ਸੋ ਸਾਨੂੰ ਸਾਈਨ ਮਿਲਣਾ ਸ਼ੁਰੂ ਹੋ ਜਾਂਦਾ ਕਿ ਅਸੀਂ ਬਿਮਾਰ ਹੋਣ ਲੱਗੇ ਹਾਂ। ਸੋ ਕੀ ਬਾਡੀ ਕੋਈ ਸਾਈਨ ਦਿੰਦੀ ਹੈ, ਸਿਗਨਲ ਦਿੰਦੀ ਹੈ? ਬਿਲਕੁਲ ਦਿੰਦੀ ਹੈ। ਅਸੀਂ ਇਗਨੋਰ ਕਰ ਦਿੰਦੇ ਹਾਂ ਉਸ ਚੀਜ਼ ਨੂੰ। ਜਿਸ ਤਰ੍ਹਾਂ ਹੁਣ ਲਾਈਫ ਸਟਾਈਲ ਵਿੱਚ ਆਪਾਂ ਖਾਣਾ ਪੀਣਾ ਹੈ, ਅਗਰ ਆਪਾਂ ਜੰਕ ਫੂਡ, ਮੈਦਾ ਵਗੈਰਾ ਬਾਹਰ ਦਾ ਖਾਣਾ ਜ਼ਿਆਦਾ ਖਾਵਾਂਗੇ ਤਾਂ ਸਾਡੀ ਆਰਟਰੀਜ਼ ਬਲੌਕ ਹੋਏਗੀ, ਨੈਚੁਰਲੀ ਬਲੌਕੇਜ ਸ਼ੁਰੂ ਹੋ ਜਾਏਗੀ ਛੋਟੀ ਏਜ ਵਿੱਚ। ਉਹਦੀ ਫਲੈਕਸੀਬਿਲਿਟੀ ਤਾਂ ਘੱਟ ਏਜ ਦੇ ਵਿੱਚ ਥੋੜੀ ਜਿਹੀ ਉਹਦੇ 'ਚ ਬਾਈ ਨੇਚਰ ਸਾਡੀ ਜੋ ਇਮਿਊਨਿਟੀ ਹੁੰਦੀ ਹੈ, ਨੇਚਰ ਨੇ ਜੋ ਸਾਨੂੰ ਬਖਸ਼ੀ ਹੈ, ਉਹਨੂੰ ਬਰਦਾਸ਼ਤ ਕਰ ਲੈਂਦੀ ਹੈ। ਲੇਕਿਨ ਅਸੀਂ ਬਹੁਤ ਛੋਟੀ 10 ਸਾਲ 7-8 ਸਾਲ ਦੀ ਉਮਰ 'ਚ ਪਹਿਲੇ ਕੋਈ 5-6 ਸਾਲ ਦਾ ਬੱਚਾ ਪੀਜ਼ਾ ਖਾਣਾ ਹੈ, ਰੋਟੀ ਭੁੱਖ ਨਹੀਂ ਹੈ। ਹੁਣ ਕਹੇ ਬੇਟੇ ਪੀਜ਼ਾ ਖਾਣਾ, ਹਾਂ ਮੇਰੇ ਕੋ ਭੁੱਖ ਲੱਗੀ ਹੈ। ਦੇਖੋ ਇਹਦੇ ਵਿੱਚ ਕੀ ਕਸੂਰ ਕਿਹਦਾ ਹੈ? ਪੇਰੈਂਟਸ ਦਾ ਪਹਿਲਾਂ ਛੋਟੇ ਬੱਚੇ ਲਈ। ਅੱਗੇ ਜਾ ਕੇ ਜਦੋਂ ਉਹਨੂੰ ਯੂਜ਼ ਟੂ ਹੋ ਜਾਂਦਾ, ਉਹ ਇੰਨੀ ਛੋਟੀ ਜਿਹੀ ਮੈਦਾ ਖਾ ਰਿਹਾ ਹੈ, ਬਾਹਰ ਇੰਨੀ ਸਪਾਈਸੀ ਜਾਂ ਤੁਸੀਂ ਸਟੇਲ ਫੂਡ ਖਾ ਰਹੇ ਹੋ, ਤਾਂ ਉਹਨੇ ਬਲੌਕ ਹੀ ਹੋਣਾ ਅੰਦਰ ਜਾ ਕੇ। ਤਾਂ ਕਾਰਡਿਕ ਅਰੈਸਟ ਔਰ ਕਾਰਡਿਕ ਜਿਹੜੇ ਪ੍ਰੋਬਲਮਸ ਤਾਂ ਆਉਣੀ ਹੈ। ਇਹ ਅਰੈਸਟ ਹੋਏਗਾ ਸਟ੍ਰੈਸ ਨਾਲ, ਜੋ ਥੋੜਾ ਅਟੈਕ ਹੋਏਗਾ ਬਲੌਕੇਜ ਨਾਲ। ਇਹ ਡਿਫਰੈਂਸ ਹੈ ਦੋਨਾਂ ਵਿੱਚ। ਲੇਕਿਨ ਡਿਫਾਈਨ ਕਰਨਾ, ਜਦੋਂ ਪੇਸ਼ੈਂਟ ਨੂੰ ਪ੍ਰੋਬਲਮ ਆ ਜਾਂਦੀ ਹੈ, ਉਹ ਸੋਚਦਾ ਕੋਈ ਗੱਲ ਨਹੀਂ, ਵੈਸੇ ਪਸੀਨਾ ਆਇਆ, ਬੱਚਾ ਹੈ, ਸਭ ਨੂੰ ਲੱਗਦਾ ਦੌੜਿਆ ਸੀ, ਕੋਈ ਪਸੀਨਾ ਆ ਗਿਆ, ਸੋਚ ਲੈਂਦੇ ਕੋਈ ਗੱਲ ਨਹੀਂ। ਘਬਰਾਹਟ ਹੁੰਦੀ ਹੈ, ਬੱਚੇ ਦੱਸਦੇ ਨਹੀਂ ਹੈ, ਆਪਸ ਵਿੱਚ ਡਿਸਕਸ ਕਰ ਲੈਂਦੇ, ਲੇਕਿਨ ਉਹ ਪੇਰੈਂਟਸ ਨੂੰ ਕਈ ਵਾਰ ਦੱਸਦੇ ਨਹੀਂ ਮੈਨੂੰ ਘਬਰਾਹਟ ਹੋ ਰਹੀ ਹੈ। ਯੰਗ ਏਜ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿੰਦੇ ਤੁਹਾਡੇ ਫਰੈਂਡ ਨੂੰ ਕਿਸੇ ਨੂੰ ਪ੍ਰੋਬਲਮ ਆਈ ਹੈ, ਤਾਂ ਉਹ ਸੋਚ ਨਹੀਂ ਸਕਦੇ ਕਿ ਇਹ ਤਾਂ ਬੜੀ ਏਜ ਵਿੱਚ ਹੁੰਦਾ ਹੈ, ਛੋਟੀ ਏਜ ਤਾਂ ਹੁੰਦਾ ਹੀ ਨਹੀਂ ਹੈ। ਇਗਨੋਰ ਵੀ ਹੋ ਜਾਂਦਾ ਸਮ ਟਾਈਮ। ਤਾਂ ਉਹ ਜਿਹੜਾ ਇਗਨੋਰ ਨਹੀਂ ਕਰਨਾ ਚਾਹੀਦਾ ਹੈਲਥ ਨੂੰ। ਕੋਈ ਵੀ ਚੀਜ਼ ਹੈ ਉਸਨੂੰ ਡਾਕਟਰ ਦੇ ਕੋਲ ਨਾਲ ਦੀ ਨਾਲ ਜਾਓ, ਟੈਸਟ ਕਰਵਾਉਣੇ ਹੈ ਟੈਸਟ ਕਰਵਾ ਲੈਣੇ ਚਾਹੀਦੇ ਹੈ। ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਸੇ ਟਾਈਮ ਟ੍ਰੀਟਮੈਂਟ ਲੈਣਾ ਚਾਹੀਦਾ। ਸੋ ਇਗਨੋਰ ਆਪਾਂ ਖੁਦ ਵੀ ਕਰ ਲੈਂਦੇ ਹਾਂ ਸਮ ਟਾਈਮ, ਛੋਟੀ ਏਜ ਦੇ ਵਿੱਚ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ। ਇੱਕ ਆਖਰੀ ਸਵਾਲ, ਕਿਉਂਕਿ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਔਰ ਮੈਨੂੰ ਲੱਗਦਾ ਇਸ ਸਵਾਲ ਤੇ ਸ਼ਾਇਦ ਤੁਸੀਂ ਹੱਸੋਗੇ ਵੀ, ਕਿਉਂਕਿ ਯੂਜੂਅਲੀ ਏਦਾਂ ਹੁੰਦਾ ਹੈ ਨਾ। ਅੱਜ ਕੱਲ੍ਹ ਤਾਂ ਹਰ ਕੋਈ ਡਾਕਟਰ ਬਣਿਆ ਬੈਠਾ ਹੈ। ਆਯੁਰਵੇਦਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਮੈਨੂੰ ਲੱਗਦਾ ਤੁਹਾਡੇ ਕੋਲ ਬਹੁਤ ਆਉਂਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਗੂਗਲ ਕਰ ਲਿਆ, ਜਾਂ ਘਰ ਦੇ ਵਿੱਚ ਆਹ ਕਾੜਾ ਬਣਾ ਲਿਆ, ਇਹ ਲੈ ਲਿਆ। ਸੋ ਉਸ ਦਾ ਇਲਾਜ ਕੀ ਜਿਹੜਾ ਹਰ ਕੋਈ ਡਾਕਟਰ ਹੈ? 100% ਬਹੁਤ ਅੱਛਾ ਕੁਐਸਚਨ ਹੈ। ਅਸੀਂ ਵੀ ਪਰੇਸ਼ਾਨ ਹੈ ਨਾ ਗੱਲ। ਕਿਉਂ? ਸਾਡੇ ਕੋਲ ਪੇਸ਼ੈਂਟ ਆਉਂਦੇ, ਅਸੀਂ ਸਮਝਾ ਦਈਏ ਨਾ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੈ ਜਾਂ ਮੈਡੀਸਨ, ਘਰ ਜਾ ਕੇ ਸਾਡੀ ਸਲਿੱਪ ਦੇਖ ਕੇ ਮੈਡੀਸਨ ਦੇ ਕੇ ਗੂਗਲ ਕਰਨਗੇ ਪਹਿਲਾਂ। ਬੱਚੇ ਨਹੀਂ ਕਰ ਰਹੇ, ਮਤਲਬ ਅੱਛੀ ਹੈ, ਬੜੇ ਵੀ ਕਰ ਰਹੇ ਹੈ। ਫਿਰ ਉਹ ਕੁਐਸਚਨ ਕਰਨਗੇ, ਡਾਕਟਰ ਸਾਹਿਬ ਇਹ ਵਾਲੀ ਮੈਡੀਸਨ ਨਾ ਦੇਖੋ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ, ਇਹਦੇ ਲਈ ਹੈ। ਇਹ ਦੇਖੋ ਅਸੀਂ 5 ਸਾਲ ਲਾਏ ਹੈ, ਡਿਗਰੀ ਕੀਤੀ ਹੋਈ ਹੈ, ਠੀਕ ਹੈ। ਉਸ ਤੋਂ ਬਾਅਦ 6 months 6 ਸਾਲ ਅਸੀਂ ਪ੍ਰੈਕਟੀਕਲੀ ਵੀ ਕੰਮ ਕੀਤਾ, ਔਰ ਹੁਣੇ ਤੱਕ ਕਰ ਰਹੇ ਹਾਂ। ਹੁਣ ਤੱਕ ਕਰ ਰਹੇ, ਹਾਲੇ ਤੱਕ ਮੈਂ ਬੁੱਕਸ ਖੋਲਦੀ ਹਾਂ, ਹਾਲੇ ਤੱਕ ਮੈਂ ਸਟੱਡੀ ਕਰਦੀ ਹਾਂ। ਕਿਉਂ ਕਰਦੇ ਹਾਂ? ਜੇ ਅਸੀਂ ਗੂਗਲ ਤੋਂ ਦੇਖ ਕੇ ਟ੍ਰੀਟਮੈਂਟ ਲੈਣਾ, ਫਿਰ ਆਪਣੇ ਆਪ ਲੈ ਲਓ ਟ੍ਰੀਟਮੈਂਟ, ਰਾਈਟ? ਠੀਕ ਹੈ। ਇਹ ਵੀ ਇੱਕ ਬਹੁਤ ਬੜਾ ਇੱਕ बड़ी प्रॉब्लम है इस चीज़ की कि गूगल ने देखे, गूगल ये बताना ये प्रॉब्लम है, ये मेडिसिन थोड़ा बताएगी, वो थोड़ा बहुत थोड़ा इंडिकेशन थोड़ी बहुत दे देगी, कुछ कोई गल नहीं, गूगल ने सब कुछ दस्या होया बेसिक इन्फॉर्मेशन, बेसिक। लेकिन ਉਹਦੇ ਵਿੱਚ ਡਾਕਟਰ ਨੇ ਦੇਖਣਾ ਕੌਣ ਕਿਹੜੇ ਪੇਸ਼ੈਂਟ ਲਈ
ਕੀ ਪ੍ਰੋਬਲਮ ਹੈ, ਐਗਜ਼ੈਕਟਲੀ ਉਹਨੂੰ ਕੀ ਰੀਜ਼ਨ ਹੈ, ਇਸ ਇਹ ਡਾਇਬੀਟਿਕ ਪੇਸ਼ੈਂਟ ਹੈ ਕਿ ਹਾਈਪਰਟੈਂਸ਼ਨ ਵਾਲਾ ਹੈ ਕਿ ਨਾਨ ਡਾਇਬੀਟਿਕ ਹੈ, ਉਹਨੂੰ ਕਿਹੜੀ ਮੈਡੀਸਿਨ ਦੇਣੀ ਹੈ। ਇੱਕ ਮੈਡੀਸਨ ਹੈ, ਮੰਨ ਲਓ ਮੈਂ ਤੁਹਾਨੂੰ ਦੇ ਰਹੀ ਹਾਂ, ਸੇਮ ਪ੍ਰੋਬਲਮ ਸੇਮ ਮੈਡੀਸਨ ਮੈਂ ਦੂਸਰੇ ਪੇਸ਼ੈਂਟ ਨੂੰ ਨਹੀਂ ਦੇ ਸਕਦੀ। ਕਿਉਂ? ਉਹਦੀ ਹਿਸਟਰੀ ਡਿਫਰੈਂਟ ਹੈ, ਉਹਦੀ ਪ੍ਰੋਬਲਮ ਡਿਫਰੈਂਟ ਹੈ, ਚਾਹੇ ਬਿਮਾਰੀ ਸੇਮ ਹੋਏ ਤਾਂ ਫਿਰ ਵੀ ਨਹੀਂ ਦੇ ਸਕਦੀ। ਸੋ ਇਹ ਚੀਜ਼ਾਂ ਡਾਕਟਰ ਹੀ ਦੇਖ ਸਕਦਾ ਹੈ। ਇਹ ਗੂਗਲ ਵਾਲਾ ਕੰਮ ਜਦ ਹਰ ਕੋਈ ਡਾਕਟਰ ਬਣਿਆ ਹੋਇਆ, ਇਹਦਾ ਕੋਈ ਆਨਸਰ ਹੀ ਨਹੀਂ ਵੈਸੇ। ਇਹ ਕੁਐਸਚਨ ਹੀ ਇਦਾਂ ਦਾ ਕਿ ਕੁਝ ਕਰ ਨਹੀਂ ਸਕਦੇ ਆਪਾਂ, ਪਰ ਉਹਨੂੰ ਬਹੁਤ ਸਮਝਾਉਂਦੇ ਆ ਪਰ ਨਹੀਂ ਸਮਝ ਆਉਂਦੀ ਪੇਸ਼ੈਂਟ। ਉਹ ਇਹ ਸੋਚਦੇ ਆ ਕਿ ਸਾਨੂੰ ਆਹ ਪ੍ਰੋਬਲਮ ਹੈ। ਦੇਖੋ PCOD ਪ੍ਰੋਬਲਮ ਬੜੀ ਕਾਮਨ ਹੈ ਅੱਜ ਕੱਲ੍ਹ, ਕਿਉਂਕਿ ਮੇਰੇ ਕੋਲ ਇਨਫਰਟੀਲਿਟੀ ਦੇ ਪੇਸ਼ੈਂਟ ਬਹੁਤ ਆਉਂਦੇ ਆ। ਇੱਕ ਆਰਥਰਾਈਟਿਸ ਦਾ ਬਹੁਤ ਜ਼ਿਆਦਾ, ਉਹ ਕਹਿਣਗੇ ਡਾਕਟਰ ਸਾਹਿਬ ਇਹਦੇ ਵਿੱਚ ਆਹ ਦਵਾਈ ਦੱਸੀ ਸੀ, ਅਸੀਂ ਆਹ ਦਵਾਈ ਖਾਈ ਹੈ। ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਦਵਾਈ ਕਿਹੜੇ ਦਿਨ ਖਾਣੀ ਹੈ, ਕਿਉਂਕਿ ਇਨਫਰਟੀਲਿਟੀ ਦੇ ਵਿੱਚ ਅਸੀਂ ਸਾਈਕਲ ਦੇ ਅਕੋਰਡਿੰਗਲੀ ਮੈਡੀਸਨ ਦਿੰਦੇ ਆ, ਹੈ ਨਾ। ਤੁਹਾਨੂੰ ਨਹੀਂ ਪਤਾ, ਉਹਦੇ ਗੂਗਲ 'ਚ ਨਹੀਂ ਲਿਖਿਆ ਹੋਇਆ ਕਿ ਸਾਈਕਲ ਨਾ 5th ਡੇ ਖਾਣੀ ਹੈ ਕਿ 10th ਡੇ ਖਾਣੀ ਹੈ। ਇਹ ਚੀਜ਼ ਦਾ ਡਿਟੇਲ ਡਾਕਟਰ ਨੂੰ ਹੀ ਪਤਾ ਹੁੰਦਾ। ਸੋ ਇਹ ਰੀਜ਼ਨ ਵੀ ਹੈ ਬਹੁਤ ਬੜਾ। ਡਾਕਟਰ ਸਾਹਿਬ, ਸਮਾਂ ਤੁਹਾਡਾ ਜ਼ਿਆਦਾ ਲੈ ਲਿਆ, ਬਟ ਜਾਣ ਤੋਂ ਪਹਿਲਾਂ ਕੁਝ ਟਿਪਸ ਫॉर ਅ ਹੈਲਦੀ ਬਾਡੀ, ਫॉर ਹੈਲਦੀ ਹਿਊਮਨ ਬਾਡੀ। ਯੈਸ ਸਭ ਤੋਂ ਜ਼ਿਆਦਾ ਮੇਨ ਟਿਪ ਇਹ ਹੈ ਜੋ ਸਾਡੀ ਡਿਸਕਸ਼ਨ ਹੁਣ ਹੋਈ ਹੈ ਕਿ ਆਪਣਾ ਲਾਈਫ ਸਟਾਈਲ ਠੀਕ ਰੱਖੋ। ਡੇਲੀ ਰੂਟੀਨ ਦੇ ਵਿੱਚ ਐਕਸਰਸਾਈਜ਼ ਕਰੋ, ਜਿੰਨਾ ਤੁਸੀਂ ਟਾਈਮ ਦੇ ਸਕਦੇ ਹੋ। 5 ਮਿੰਟਸ ਦੇ ਸਕਦੇ ਹੋ, 15 ਮਿੰਟਸ ਦੇ ਸਕਦੇ ਹੋ। ਵਾਕ ਕਰੋ। ਆਪਣੇ ਲਾਈਫ ਸਟਾਈਲ ਨੂੰ ਜਿੰਨਾ ਜ਼ਿਆਦਾ ਠੀਕ ਰੱਖੋਗੇ, ਤੁਹਾਡੀ ਜੋ ਦੌੜ ਨੱਠ ਵਾਲੀ ਜ਼ਿੰਦਗੀ ਹੈ ਉਸ ਨੂੰ ਉਹ ਸੈੱਟ ਕਰ ਦੇਗਾ ਲਾਈਫ ਸਟਾਈਲ ਤੁਹਾਡਾ। ਜੇ ਤੁਸੀਂ ਵਾਕ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ, ਤੁਹਾਡਾ ਸਟ੍ਰੈਸ ਨੂੰ ਲੈਵਲ ਨੂੰ ਤੁਹਾਡੇ ਨੂੰ ਆਟੋਮੈਟਿਕਲੀ ਆਪਣੇ ਆਪ ਠੀਕ ਕਰ ਦੇਗਾ। ਸੋ ਆਪਣੇ ਲਾਈਫ ਸਟਾਈਲ ਨੂੰ ਠੀਕ ਰੱਖੋ, ਖਾਣ ਪੀਣ ਠੀਕ ਰੱਖੋ, ਬਿਮਾਰੀਆਂ ਆਉਣਗੀਆਂ ਨਹੀਂ। ਆਯੁਰਵੈਦਾ ਇਹ ਕਹਿੰਦਾ ਹੈ, ਟ੍ਰੀਟਮੈਂਟ ਨਹੀਂ ਦਿੰਦਾ ਆਯੁਰਵੈਦਾ। ਆਯੁਰਵੈਦਾ ਕਹਿੰਦਾ ਬਿਮਾਰ ਹੀ ਨਹੀਂ ਹੋਣਾ। ਬੇਸਿਕ ਜੋ ਚੀਜ਼ ਹੈ ਆਯੁਰਵੈਦਾ ਦਾ ਮੀਨਿੰਗ ਇਹੀ ਹੈ ਕਿ ਅਸੀਂ ਪੇਸ਼ੈਂਟ ਨੂੰ ਬਿਮਾਰ ਹੋਣ ਦੇਣਾ ਹੀ ਨਹੀਂ। ਆਪਣੇ ਐਲੀਮੈਂਟਸ ਨੂੰ, ਆਪਣੇ ਜੋ ਪ੍ਰਕਿਰਤੀ ਹੈ, ਜੋ ਨੇਚਰ ਨੇ ਸਾਨੂੰ ਬਖਸ਼ਿਆ ਹੋਇਆ, ਨੇਚਰ ਨੇ ਦਿੱਤਾ ਹੋਇਆ, ਨੇਚਰ ਵੱਲ ਧਿਆਨ ਦਿਓ, ਨੇਚਰ ਨੂੰ ਫੋਲੋ ਕਰੋ। ਬਿਲਕੁਲ। ਕਹਿੰਦੇ ਜਿੰਨਾ ਅਸੀਂ ਕੁਦਰਤ ਦੇ ਨੇੜੇ ਰਵਾਂਗੇ ਨਾ, ਤੇ ਕੁਦਰਤ ਓਨਾ ਹੀ ਸਾਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਰੱਖਦੀ ਹੈ। ਔਰ ਯਕੀਨ ਮੰਨਿਓ, ਮੈਂ ਹੁਣੇ ਹਾਲ ਹੀ ਦੇ ਵਿੱਚ ਨਾ ਪਰਸਨਲ ਐਕਸਪੀਰੀਅੰਸ ਦੇ ਨਾਲ ਕਹਿ ਰਹੀ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦ ਅਸੀਂ ਜਾਣਾ ਹੈ, ਕਿਸੇ ਨੇ ਨਾਲ ਨਹੀਂ ਜਾਣਾ ਔਰ ਕੁਝ ਵੀ ਨਾਲ ਨਹੀਂ ਜਾਣਾ। ਹੁਣੇ ਅਸੀਂ ਸੂਟਾਂ ਪਿੱਛੇ, ਪੈਸਿਆਂ ਪਿੱਛੇ, ਜੂਲਰੀ ਪਿੱਛੇ, ਮਤਲਬ ਹਰ ਚੀਜ਼ ਪਿੱਛੇ ਭੱਜਦੇ ਹਾਂ ਤੇ ਸਿਰਫ ਅਣਗੌਲੇ ਕਰ ਦਿੰਦੇ ਹਾਂ ਆਪਣੀ ਜ਼ਿੰਦਗੀ ਨੂੰ, ਆਪਣੀ ਸਿਹਤ ਨੂੰ। ਪਰ ਸਿਹਤ ਉੱਤੇ ਕੁਝ ਵੀ ਨਹੀਂ। ਜੇਕਰ ਤੁਹਾਡੀ ਸਿਹਤ ਠੀਕ ਹੋਏਗੀ ਨਾ, ਤੁਹਾਡੇ ਮਾਪੇ, ਤੁਹਾਡੇ ਭੈਣ ਭਰਾ, ਤੁਹਾਡੇ ਸਗੇ ਸੰਬੰਧੀ ਵੀ ਤੁਹਾਡੇ ਨਾਲ ਖੜਨਗੇ। ਜੇਕਰ ਤੁਸੀਂ ਬੈੱਡ ਤੇ ਪੈ ਗਏ ਨਾ, ਤੁਹਾਨੂੰ ਪੁੱਛਣ ਵਾਲਾ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਨਹੀਂ ਹੁੰਦਾ। ਨਾ ਬੱਚੇ ਮਾਪਿਆਂ ਨੂੰ ਪੁੱਛਦੇ ਨੇ, ਨਾ ਮਾਪੇ ਬੱਚਿਆਂ ਨੂੰ ਪੁੱਛਦੇ ਨੇ। ਇਹ ਕੋੜੀ ਸੱਚਾਈ ਹੈ, ਬਹੁਤਿਆਂ ਨੂੰ ਕੋੜੀ ਲੱਗੇਗੀ, ਬਟ ਦਿਸ ਇਜ਼ ਰਿਐਲਿਟੀ। ਸੋ ਅੱਜ ਵੀ ਸੰਭਲ ਜਾਈਏ, ਸਮਝ ਜਾਈਏ ਤੇ ਆਪਣੇ ਵੱਲ ਧਿਆਨ ਦਈਏ। ਸਾਰਿਆਂ ਨਾਲ ਪਿਆਰ ਕਰਨ ਤੋਂ ਪਹਿਲਾਂ ਬਸ ਖੁਦ ਨੂੰ ਪਿਆਰ ਕਰੋ। ਜਦੋਂ ਖੁਦ ਨੂੰ ਪਿਆਰ ਕਰੋਗੇ ਤਾਂ ਦੁਨੀਆ ਨਾਲ ਪਿਆਰ ਵੈਸੇ ਵੀ ਹੋ ਜਾਏਗਾ। ਸੋ ਡਾਕਟਰ ਸਾਹਿਬ, ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦੇ ਲਈ। ਥੈਂਕ ਯੂ ਸੋ ਮਚ। ਸੋ ਅੱਜ ਦੇ ਅਨਫਿਲਟਰਡ ਵਿਦ ਪ੍ਰਵਾਨੀ ਦੇ ਇਸ ਪੋਡਕਾਸਟ ਦੇ ਵਿੱਚ ਆਣਾ ਹੀ। ਅਗਲੇ ਹਫਤੇ ਫਿਰ ਮਿਲਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ। ਬਣੇ ਰਹੋ ਸਾਂਝਾ TV ਦੇ ਨਾਲ। ਸਤਿ ਸ਼੍ਰੀ ਅਕਾਲ।